ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗ ਏਕ ਓੰਕਾਰਾ ਸਤਿਗੁਰੂ ਤੇਰੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਨਾਸਨ ਸੋਏ। ਦੋਹਰਾ ਮਧੂ ਸਿੰਘਾਨੇ ਪੁਰਤੀ ਡੀਰਾ ਪ੍ਰਭ ਜੀ ਕੂਚ ਕਰਿਓ ਤਿਸ ਬੀਰਾ ਹੈ ਅਰੂੜ ਕਰ ਪੰਥ ਬਿਆਨੇ ਪੀਛੇ ਸਿੰਘ ਬਹੀਰ ਸਿਧਾਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਪਿਛਲੇ ਦਿਨੀ ਵਿਚਾਰਾਂ ਸਰਵਣ ਕਰ ਰਹੇ ਸੀ, ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਮਦਮਾ ਸਾਹਿਬ ਤੋਂ ਚੱਲ ਕੇ ਨਾਂਦੇੜ ਸਾਹਿਬ ਦੇ ਵੱਲ ਦੱਖਣ ਵੱਲ ਜਾ ਰਹੇ ਹਨ ਤਾਂ ਇੱਕ ਨਗਰ ਆਇਆ ਮਧੂ ਸਿੰਘਾਣਾ। ਇਸ ਮਧੂ ਸਿੰਘਾਣੇ ਦੇ ਵਿੱਚ ਪਾਤਸ਼ਾਹ ਜੀ ਨੇ ਉਤਾਰਾ ਕੀਤਾ ਸੀ। ਇੱਥੇ ਇੱਕ ਰਾਤ ਕੱਟੀ ਹੈ ਅਤੇ ਇੱਥੋਂ ਪਰਮ ਸਿੰਘ ਧਰਮ ਸਿੰਘ ਵਰਗਿਆਂ ਨੂੰ ਦੋਨਾਂ ਭਰਾਵਾਂ ਨੂੰ ਵਾਪਸ ਮੋੜ ਦਿੱਤਾ ਬੜੇ ਪਿਆਰ ਦੇ ਨਾਲ। ਔਰ ਇੱਥੋਂ ਫਿਰ ਪਾਤਸ਼ਾਹ ਜੀ ਅਗਲੇ ਦਿਨ ਚਾਲੇ ਪਾਉਂਦੇ ਹੈ ਅਤੇ ਲਗਭਗ 18 ਕੋਹ ਪੈਂਡਾ ਤੈਅ ਕਰਦੇ ਹੈ ਚੱਲ ਸੋ ਚੱਲ। ਫਿਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਕਿੱਥੇ ਜਾ ਕੇ ਰੁਕਦੇ ਆ, ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਮਧੂ ਸਿੰਘਾਨੇ ਪੁਰਤੀ ਡੀਰਾ ਪ੍ਰਭ ਜੀ ਕੂਚ ਕਰਿਓ ਤਿਸ ਬੀਰਾ। ਤਾਂ ਮਧੂ ਸਿੰਘਾਣੇ ਇੱਕ ਰਾਤ ਕੱਟੀ ਆ ਔਰ ਇੱਥੇ ਸਿੱਖ ਸੰਗਤਾਂ ਨੂੰ ਤਾਰ ਕਰਕੇ ਪਾਤਸ਼ਾਹ ਜੀ ਨੇ ਅੱਗੇ ਚਾਲੇ ਪਾਏ ਹਨ। ਅਰੂੜ ਕਰ ਪੰਥ ਬਿਆਨੇ ਪੀਛੇ ਸਿੰਘ ਬਹੀਰ ਸਿਧਾਨੇ। ਅੰਮ੍ਰਿਤ ਵੇਲਾ ਹੋਇਆ, ਪਾਤਸ਼ਾਹ ਜੀ ਨੇ ਤਿਆਰੀਆਂ ਕੀਤੀਆਂ ਅਤੇ ਸਤਿਗੁਰਾਂ ਦਾ ਘੋੜਾ ਤਿਆਰ ਹੋ ਕੇ ਆ ਗਿਆ। ਸਤਿਗੁਰੂ ਆਪਣੇ ਘੋੜੇ 'ਤੇ ਸਵਾਰ ਹੋਏ ਅਤੇ ਮਗਰੇ ਹੀ ਗੁਰੂ ਕੀਆਂ ਫੌਜਾਂ ਸਿੰਘ ਜਿਹੜੇ ਹਨ ਉਹ ਆਪਣੇ ਘੋੜਿਆਂ 'ਤੇ ਸਵਾਰ ਹੋ ਕੇ ਸਾਰੀ ਬਹੀਰ ਨੇ ਚਾਲੇ ਪਾਏ ਹਨ। ਉਸ ਅਸ਼ਟ ਦਸ ਤਿਸ ਦਿਨ ਗਏ ਪੁਸ਼ਕਰ ਤੀਰਥ ਆਵਤ ਪਏ। ਔਰ ਇੱਥੋਂ 18 ਕੋਹ ਜਿਹੜਾ ਹੈ ਪੈਂਡਾ ਤੈਅ ਕੀਤਾ ਹੈ ਤੇ ਦਿਨ ਛਿਪਦੇ ਦੇ ਨਾਲ ਕਹਿੰਦੇ ਪੁਸ਼ਕਰ ਪਹੁੰਚੇ ਹਨ। ਉਤਰ ਪਰੇ ਤੈ ਸਿਵਰ ਲਗਾਇਓ ਸਕਲ ਬਹੀਰ ਸ਼ਰਮਤ ਆਇਓ। ਔਰ ਚਲੋ ਚਾਲ 18 ਕੋ ਲਗਾਤਾਰ ਕੀਤਾ, ਥਕੇਮਾ ਤਾਂ ਹੋਣਾ ਹੀ ਸੀਗਾ ਨਾ ਬਹੀਰ ਨੂੰ ਵੀ ਤੇ ਘੋੜਿਆਂ ਨੂੰ ਵੀ।
ਤੇ ਪੁਸ਼ਕਰ ਜਾ ਕਰਕੇ ਪਾਤਸ਼ਾਹ ਕਹਿੰਦੇ ਵੀ ਇੱਥੇ ਪੜਾ ਕਰ ਲਓ, ਇੱਥੇ ਉਤਾਰਾ ਕਰ ਲਓ ਜੀ। ਕਹੋ ਪ੍ਰਭੂ ਇਤ ਕਰੋ ਮੁਕਾਮੋ, ਸ਼ਰਮ ਨਿਰਵਾਰ ਲਿਓ ਬਿਸਰਾਮੋ। ਔਰ ਇੱਥੇ ਰੁਕ ਜਾਓ ਭਾਈ, ਇੱਥੇ ਆਰਾਮ ਕਰੋ, ਥਕੇਵਾਂ ਦੂਰ ਕਰੋ ਜੀ। ਬਸੇ ਨਿਸਾਮੇ ਖਾਨ ਰੂਪਾਨ, ਭਏ ਪ੍ਰਾਪਤ ਕਰ ਸੋਚ ਇਸ਼ਨਾਨ। ਔਰ ਪਾਤਸ਼ਾਹ ਜੀ ਨੇ ਵੀ ਇਸ਼ਨਾਨ ਆਦਿ ਕੀਤਾ ਹੈ, ਔਰ ਫਿਰ ਇੱਥੇ ਪੜਾਓ ਕੀਤਾ ਹੈ, ਵਿਸ਼ਰਾਮ ਕੀਤਾ ਹੈ। ਦੂਜਾ ਦਿਨ ਚੜ੍ਹਿਆ, ਪ੍ਰਾਂਤ ਭਾਵ ਅੰਮ੍ਰਿਤ ਵੇਲਾ ਹੋਇਆ, ਉੱਠੇ ਇਸ਼ਨਾਨ ਆਦਿ ਕੀਤਾ ਹੈ ਜੀ। ਚੇਤਨ ਬਿਪ ਮਿਲਿਓ ਤਬਾਈ, ਆਸ਼ੀਰਵਾਦ ਕਹਿਓ ਗੁਰਤਾਈ। ਤੋ ਪੁਸ਼ਕਰ ਤੀਰਥ ਦੇ ਵਿੱਚ ਇੱਕ ਚੇਤਨ ਨਾਮ ਦਾ ਬ੍ਰਾਹਮਣ ਰਹਿੰਦਾ ਹੈ। ਇਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆ ਕੇ ਮਿਲਦਾ ਹੈ। ਅਦਕ ਦਾਨ ਦੀਨੋ ਤਿਸ ਪਾਨ, ਪਟ ਸੁਖਮ ਦੀਨਾਰ ਕੀ ਕਾਨ। ਔਰ ਇਸ ਨੇ ਸਤਿਗੁਰਾਂ ਤੋਂ ਮੰਗਿਆ, ਇਹਨਾਂ ਦਾ ਸੁਭਾਅ ਹੀ ਸੀਗਾ। ਸਾਰੇ ਹੀ ਲਗਭਗ ਗੁਰੂ ਜਿਹੜੇ ਹਨ, ਜਦੋਂ ਜਦੋਂ ਇਹਨਾਂ ਬ੍ਰਾਹਮਣਾਂ ਨੂੰ ਮਿਲੇ, ਇਹਨਾਂ ਨੇ ਕੁਝ ਨਾ ਕੁਝ ਮੰਗਿਆ। ਦੱਸਦੇ ਆ ਸਤਿਗੁਰੂ ਤੇਗ ਬਹਾਦਰ ਯਾਤਰਾ ਦੌਰਾਨ ਇੱਕ ਥਾਂ ਤੇ ਗਏ ਤੇ ਉੱਥੇ ਕਹਿੰਦੇ ਉਹਨਾਂ ਨੇ ਸਰਵੰਸ ਮੰਗ ਲਿਆ। ਤੇ ਗੁਰੂ ਤੇਗ ਬਹਾਦਰ ਜੀ ਆਪਣੇ ਨਾਲ ਗੱਡੇ ਗੁੱਡੇ ਬਲਦ ਸਾਰਾ ਕੁਝ ਹੀ ਉੱਥੇ ਛੱਡ ਕੇ ਤੇ ਖਾਲੀ ਹੱਥ ਉਹਨਾਂ ਦੇ ਕੋਲ ਨਿਕਲ ਗਏ, ਚਲੋ ਸਾਂਭ ਲਓ ਭਾਈ। ਪਰ ਸਤਿਗੁਰਾਂ ਦੇ ਕੋਲ ਬਹੁਤ ਸਾਰੀ ਮਾਇਆ ਫਿਰ ਇਕੱਠੀ ਹੋ ਜਾਂਦੀ ਹੈ, ਫਿਰ ਸਾਜੋ ਸਮਾਨ ਆ ਜਾਂਦਾ। ਸੰਗਤਾਂ ਨੇ ਉਸੇ ਵੇਲੇ ਸਾਰਾ ਗੱਡੇ ਗੁੱਡੇ ਹੋਰ ਤਿਆਰ ਕਰਤੇ। ਔਰ ਇਸ ਤਰ੍ਹਾਂ ਸਤਿਗੁਰੂ ਜਿੱਥੇ ਬਹੁਤੀ ਮਾਇਆ ਇਕੱਠੀ ਹੋ ਜਾਂਦੀ, ਉੱਥੇ ਹੀ ਉਸ ਨੂੰ ਲਾਉਣ ਵਾਸਤੇ ਕਿਤੇ ਖੂਹ ਲਵਾ ਦਿੰਦੇ, ਕਿਤੇ ਦਰਖਤ ਲਵਾ ਦਿੰਦੇ, ਕਿਤੇ ਨਾ ਕਿਤੇ ਉਸ ਮਾਇਆ ਨੂੰ ਵਰਤਾਉਂਦੇ ਤੁਰੇ ਜਾਂਦੇ। ਤੇ ਚੇਤਨ ਬ੍ਰਾਹਮਣ ਨੇ ਸਤਿਗੁਰਾਂ ਦੇ ਕੋਲੋਂ ਕੁਝ ਮੰਗਿਆ ਤੇ ਸਤਿਗੁਰਾਂ ਨੇ ਇਸ ਨੂੰ ਕੁਝ ਕੱਪੜੇ, ਮੋਹਰਾਂ ਤੇ ਘੋੜਾ ਦਿੱਤਾ ਹੈ ਜੀ। ਸ੍ਰੀ ਬਾਬਾ ਨਾਨਕ ਜੈ ਫਿਰੇ, ਤਿਸੀ ਘਾਟ ਗੁਰ ਮੱਜਨ ਕਰੇ। ਤੇ ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਜਾ ਕੇ ਬੈਠੇ ਸਨ, ਉੱਥੇ ਹੀ ਸਤਿਗੁਰੂ ਗੋਬਿੰਦ ਸਿੰਘ ਜੀ ਜਾ ਉਤਰੇ ਹਨ। ਤਾਹਾਂ ਬੈਠ ਕਰ ਸਿੰਘਨ ਸਾਥ, ਪੂਰਬ ਕੋ ਪ੍ਰਸੰਗ ਕੈ ਨਾਥ। ਔਰ ਉੱਥੇ ਫਿਰ ਦੀਵਾਨ ਸਜਾਇਆ ਤੇ ਸਤਿਗੁਰਾਂ ਨੇ ਫਿਰ ਇਸ ਇਲਾਕੇ ਦਾ ਇਤਿਹਾਸ ਜਿਹੜਾ ਸੀਗਾ ਗੁਰੂ ਨਾਨਕ ਦੇਵ ਜੀ ਦਾ, ਉਹ ਸਤਿਗੁਰਾਂ ਨੇ ਸਿੰਘਾਂ ਦੇ ਨਾਲ ਸਾਂਝਾ ਕੀਤਾ ਹੈ। ਰਾਵਣਤ ਕਰਤੇ ਸਹਿਜ ਸੁਭਾਏ, ਸ੍ਰੀ ਬਾਬਾ ਜੀ ਬੈਠੇ ਆਏ। ਇਸ ਤਰ੍ਹਾਂ ਚਲੋ ਚਾਲ ਧੰਨ ਗੁਰੂ ਗੋਬਿੰਦ ਨਾਨਕ ਦੇਵ ਜੀ ਮਹਾਰਾਜ ਜਿਸ ਵੇਲੇ ਯਾਤਰਾ ਦੌਰਾਨ ਇੱਥੇ ਆ ਕੇ ਬੈਠੇ ਸੀ ਨਾ ਸਿੱਖੋ, ਗੋਰਖ ਲੀਏ ਸਿੱਧ ਸਮਦਾਈ, ਅਨ ਆਦੇਸ਼ ਅਲਾਈ। ਇੱਥੇ ਵੀ ਗੋਰਖਨਾਥ ਆ ਕੇ ਬਾਬੇ ਨਾਨਕ ਨੂੰ ਮਿਲਿਆ ਤੇ ਆਦੇਸ਼ ਕੀਤੀ ਹੈ, ਭਾਵ ਨਮਸਕਾਰ ਕੀਤੇ ਜੇ। ਚਰਚਾ ਕੁਛ ਕੁ ਜੋਗ ਕੀ ਕੀਨਾ, ਜਥਾ ਜੋਗ ਤਬ ਉੱਤਰ ਦੀਨਾ। ਔਰ ਉਸਨੇ ਆਪਣੀ ਯੋਗ ਸਾਧਨਾ ਦੇ ਵਿਸ਼ੇ ਤੇ ਕੋਈ ਚਰਚਾ ਕੀਤੀ ਆ ਤੇ ਸਤਿਗੁਰਾਂ ਨੇ ਉਹਦੀ ਤਸੱਲੀ ਕਰਾਈ ਆ ਜਵਾਬ ਦੇ ਕੇ। ਸੁਣ ਸਿੱਧ ਸਕਲ ਨਿਮੇ ਕਰ ਬੰਦ, ਗੋਰਖ ਭਰਤਰ ਗੋਪੀ ਚੰਦ। ਔਰ ਸਿੱਧ ਜਿਹੜੇ ਸਨ ਉਸ ਵੇਲੇ ਸਤਿਗੁਰਾਂ ਦੇ ਚਰਨੀ ਪੈ ਗਏ, ਜਦੋਂ ਸਤਿਗੁਰਾਂ ਨੇ ਉਹਨਾਂ ਦੇ ਹਰ ਸਵਾਲ ਦਾ ਜਵਾਬ ਦਿੱਤਾ। ਗੋਰਖਨਾਥ ਭਰਤਰੀ ਗੋਪੀ ਚੰਦ ਆਦਿ। ਮੰਗਲ ਆਦਿਕ ਸੋਜਾ ਉਚਾਰਾ, ਸ੍ਰੀ ਬਾਬਾ ਤੁਮ ਧਨ ਉਦਾਰਾ। ਔਰ ਇਹਨਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਸਮਝਿਆ। ਕੁਝ ਗੁਰੂ ਪਿਆਰਿਓ ਐਸੇ ਵੀ ਸਿੱਧ ਸਨ ਜਿਹੜੇ ਬੜੇ ਆਕੜਖੋਰ ਗੁੱਸੇਖੋਰ ਸਨ, ਪਰ ਇਹਨਾਂ ਨੇ ਗੁਰੂ ਸਾਹਿਬ ਜੀ ਨੂੰ ਸਮਝਿਆ ਤੇ ਸਤਿਗੁਰਾਂ ਨੂੰ ਧੰਨ ਧੰਨ ਕਹਿਣ ਲੱਗੇ। ਬੋਲਤ ਜਿਸ ਕਾਲ ਕਿਰਪਾਲਾ, ਤਹਿ ਕੇ ਨਰ ਕੀ ਕਰ ਮੇਲ ਵਿਸਾਲਾ। ਤੇ ਜਿਸ ਵੇਲੇ ਸਤਿਗੁਰੂ ਇਹ ਕਥਾ ਵਾਰਤਾ ਸੰਗਤਾਂ ਨੂੰ ਸੁਣਾ ਰਹੇ ਸੀ, ਉਸ ਵੇਲੇ ਬ੍ਰਿਪ ਬਨਕ ਤੇ ਆਦਿਕ ਜਾਦ, ਚਲ ਆਏ ਚੇਤਨ ਦਿਜ ਨਾਲ। ਚੇਤਨ ਜਦੋਂ ਵਾਪਸ ਪਿੰਡ ਵਿੱਚ ਗਿਆ ਤੇ ਪਿੰਡ ਵਾਲੇ ਨੇ ਪੁੱਛਿਆ ਵੀ ਇਹ ਘੋੜਾ ਘਾੜਾ ਤੂੰ ਕਿੱਥੋਂ ਲਿਆਇਆ, ਤੇ ਕਹਿਣ ਲੱਗਿਆ ਬਾਬੇ ਨਾਨਕ ਦੇ ਪੈਰੋਕਾਰ ਉਹਨਾਂ ਦੇ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਆਏ ਆ, ਉਹਨਾਂ ਨੇ ਮੈਨੂੰ ਦਾਨ ਵਿੱਚ ਇਹ ਵਸਤੂਆਂ ਦਿੱਤੀਆਂ। ਤਾਂ ਪਿੰਡ ਵਾਲੇ ਕਹਿੰਦੇ ਚੱਲ ਸਾਨੂੰ ਵੀ ਦਰਸ਼ਨ ਕਰਵਾ। ਤਾਂ ਫਿਰ ਆਪਣੇ ਪਿੰਡ ਵਾਸੀਆਂ ਨੂੰ ਲੈ ਕੇ ਆਉਂਦਾ ਹੈ। ਕਰ ਕਰ ਨਮੋ ਪਰਵਾਰਤ ਬੈਠੀ, ਕੌਣ ਜਾਤ ਬੂਝਤ ਪੈਸੇ। ਔਰ ਫਿਰ ਕੋਲ ਬੈਠ ਕਰਕੇ ਨਮਸਕਾਰ ਕਰਕੇ ਪੁੱਛਦੇ ਆ ਜੀ ਤੁਹਾਡੀ ਕੀ ਜਾਤ ਹੈ। ਪੁਰਾਣੇ ਸਮੇਂ ਵਿੱਚ ਜਾਤ ਪਾਤ ਦਾ ਬੜਾ ਬੋਲਬਾਲਾ ਸੀ, ਬ੍ਰਾਹਮਣਾਂ ਨੇ ਚਲਾਇਆ ਸੀ। ਆ ਤਾਂ ਆਈਲੈਟਸ ਤੱਕੜੀ ਆਈ ਆ ਜਿਹਨੇ ਜਾਤ ਪਾਤ ਖਤਮ ਕਰਤੀ ਆ। ਕੋਈ ਸਤਨਾਮ। ਆਈਲੈਟਸ ਧਾਰਮਿਕ ਨਵਾਂ ਆਇਆ ਨਾ ਦੁਨੀਆ ਵਿੱਚ, ਇਸ ਕਰਕੇ ਲੋਕ ਬਾਹਰ ਜਾਣ ਵਾਸਤੇ ਅੱਜ ਕੱਲ੍ਹ ਵਿਆਹ ਕਰਨ ਲੱਗੇ ਜਾਤ ਪਾਤ ਖਤਮ ਕਰਤੇ, ਜਾਤ ਪਾਤ ਵੀ ਨਹੀਂ ਵੇਖਦੇ।
ਗੁਰੂਆਂ ਨੇ ਬੜੀ ਕੋਸ਼ਿਸ਼ ਕੀਤੀ ਹੈ, ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾ ਹੈ। ਇਸ ਕਰਕੇ ਗੁਰੂ ਕਿਰਪਾ ਕਰਨ। ਉਸ ਵੇਲੇ ਤਾਂ ਬਹੁਤਾ ਹੀ ਬੋਲਬਾਲਾ ਸੀਗਾ, ਤੇ ਇਹਨਾਂ ਨੇ ਆਉਂਦੇ ਪੁੱਛਿਆ, ਜੀ ਤੁਹਾਡੀ ਜਾਤ ਕੀ ਹੈ? ਸੰਗ ਆਪ ਕੇ ਸੰਤਾਰੀ ਕਿਆ ਇਨਕੀ ਦਿਓ ਜਾਤ ਉਚਾਰੀ। ਇਹ ਤੁਹਾਡੇ ਨਾਲ ਨਵੇਂ ਸਰੂਪ ਦੇ ਬੰਦੇ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ, ਕਿਉਂਕਿ ਮੁਗਲਾਂ ਦਾ ਜਿਹੜਾ ਕਾਨੂੰਨ ਸੀ ਨਾ, ਬੜਾ ਸਖਤ ਸੀਗਾ। ਭਾਰਤ ਵਾਸੀਆਂ ਨਾ ਪੱਗ ਬੰਨਣ ਦਾ ਹੁਕਮ ਸੀ, ਨਾ ਕੇਸ ਰੱਖਣ ਦਾ ਹੁਕਮ ਸੀ। ਇਸ ਕਰਕੇ ਹਿੰਦੁਸਤਾਨ ਦੇ ਜਿਹੜੇ ਹਿੰਦੂ ਲੋਕ ਆ, ਜਿਨ੍ਹਾਂ ਦੀ ਅੱਜ ਲਗਭਗ ਆਪਾਂ ਕਲੀਨ ਸ਼ੇਵ ਦੇਖਦੇ ਹਾਂ, ਇਹਨਾਂ ਨੂੰ ਕਿਸੇ ਵੇਲੇ ਸਜ਼ਾ ਦਿੱਤੀ ਗਈ ਸੀਗੀ। ਆਪ ਜੀ ਨੇ ਗੁਰਬਾਣੀ ਦੇ ਵਿੱਚੋਂ ਵੀ ਸੁਣਿਆ ਕਿ ਇੱਕ ਰਾਜਾ ਜਿਹੜਾ ਹੈ ਉਹ ਜੱਗ ਕਰ ਰਿਹਾ ਹੈ। ਗੁਰਬਾਣੀ ਵਿੱਚ ਵੀ ਉਹਦਾ ਇਸ਼ਾਰਾ ਹੈ। ਤੇ ਜੱਗ ਕਰਦਿਆਂ ਹੋਇਆਂ ਰਾਜਾ ਤੇ ਰਾਣੀ ਇਹ ਆਪ ਵੀ ਹੱਥੀਂ ਸੇਵਾ ਕਰ ਰਹੇ ਆ। ਰਾਣੀ ਦੇ ਸਾੜੀ ਬੰਨੀ ਹੋਈ ਹੈ, ਕਿਤੇ ਸਾੜੀ ਦਾ ਪੱਲਾ ਪੈਰ ਕੋਲ ਉੱਡ ਗਿਆ ਜਾਂ ਸਿਰ ਤੋਂ ਲੈ ਗਿਆ। ਤੇ ਜਿਹੜੇ ਬ੍ਰਾਹਮਣ ਖਾ ਰਹੇ ਸੀਗੇ ਲੰਗਰ, ਉਹ ਹੱਸ ਪਏ ਤੇ ਰਾਜੇ ਨੂੰ ਗੁੱਸਾ ਆ ਗਿਆ। ਲੈਂਦੇ ਨੇ ਹੁਣ ਗਾਤਰੇ ਤਲਵਾਰ ਸੀਗੀ ਵੱਡੀ, ਕੱਢੀ ਤੇ 18 ਬਾਹਮਣ ਵੱਢ ਤੇ। ਕਹੋ ਸਤਨਾਮ ਸੀ। ਜਿਹੜਾ ਉਹਦਾ ਰਾਜਗੁਰੂ ਸੀ, ਕੁੱਲ ਗੁਰੂ ਸੀ, ਕਹਿੰਦਾ ਰਾਜਾ ਸਾਹਿਬ ਰੁਕੋ ਰੁਕੋ, ਇਹ ਤਾਂ ਬਹੁਤ ਵੱਡਾ ਪਾਪ ਹੈ। ਕੀ ਗੱਲ ਹੋ ਗਈ? ਕਹਿੰਦੇ ਬਾਹਮਣ ਮਜ਼ਾਕ ਕਰਦੇ ਆ ਮੈਨੂੰ। ਅਸੀਂ ਇਹਨਾਂ ਨੂੰ ਰਾਜਗੁਰੂ ਜਾਣ ਕੇ, ਆਪਣੇ ਸਤਿਕਾਰਯੋਗ ਜਾਣ ਕੇ ਸੇਵਾ ਕਰ ਰਹੇ ਹਾਂ, ਤੇ ਦੰਦ ਕੱਢਦੇ ਆ। ਕਹਿੰਦੇ ਵੀ ਕਿਉਂ ਹੱਸੇ ਸੀ? ਕਹਿੰਦੇ ਕਿਤੇ ਰਾਣੀ ਦੇ ਸਿਰ ਤੋਂ ਪੱਲਾ ਲੈ ਗਿਆ ਜਾਂ ਤਾਂ, ਤੇ ਜਾਂ ਪੈਰਾਂ ਤੋਂ ਕਿਤੇ ਸਾੜੀ ਦਾ ਪੱਲਾ ਉੱਡ ਗਿਆ ਮਾੜਾ ਮੋਟਾ ਹਵਾ ਦੇ ਨਾਲ, ਤੇ ਨਾ ਦੰਦ ਕੱਢੇ ਆ। ਮੈਂ ਵੱਢੂੰਗਾ ਸਾਰਿਆਂ ਨੂੰ। ਉਹਨਾਂ ਦਾ ਰਾਜਗੁਰੂ ਕਹਿਣ ਲੱਗਿਆ, ਰਾਜਾ ਸਾਹਿਬ ਇਹ ਠੀਕ ਨਹੀਂ ਹੈ। ਨਹੀਂ ਕਹਿੰਦਾ ਮੈਂ ਸਜ਼ਾ ਦੇਣੀ ਹੀ ਦੇਣੀ ਹੈ। ਕਹਿੰਦੇ ਫਿਰ ਹੋਰ ਜੁਗਤੀ ਹੈਗੀ ਆ, ਧੌਣਾ ਨਾ ਵੱਢ ਇਹਨਾਂ ਦੀਆਂ, ਇਹਨਾਂ ਦੇ ਕੇਸ ਕੱਟ ਦੇ ਸਿਰ ਤੋਂ, ਔਰ ਇਹਨਾਂ ਨੂੰ ਘੋਣ ਮੋਣ ਕਰਕੇ ਦੇਸ਼ ਨਿਕਾਲਾ ਦੇ ਦੇ। ਤੇ ਇਹ ਬਹੁਤ ਵੱਡੀ ਸਜ਼ਾ। ਉਦੋਂ ਕੇਸ ਕੱਟਣੇ ਇੱਕ ਸਜ਼ਾ ਹੁੰਦੀ ਸੀ। ਕੋ ਸਤਨਾਮ ਸੀ। ਕੋਈ ਇਸਤਰੀ ਵੀ ਕੋਈ ਗਲਤੀ ਐਸੀ ਵੈਸੀ ਕਰ ਲੈਂਦੀ ਤੇ ਸਿੱਧਾ ਕਹਿੰਦੇ ਸਿੱਧਾ ਝਾਟਾ ਮੁੰਨੋ। ਫਿਰ ਕੇਸਾਂ ਨੂੰ ਕੇਸ ਨਹੀਂ ਸੀ ਕਹਿੰਦੇ, ਕੇਸਾਂ ਨੂੰ ਝਾਟਾ ਹੀ ਕਹਿੰਦੇ ਸੀ। ਤੇ ਜਦ ਉਹਦੇ ਸਿਰ ਤੋਂ ਕੇਸ ਕੱਟ ਦਿੱਤੇ ਜਾਂਦੇ ਤੇ ਉਹ ਸ਼ਰਮ ਦੀ ਮਾਰੀ ਅੰਦਰੋਂ ਬਾਹਰ ਨਹੀਂ ਸੀ ਨਿਕਲਦੀ। ਇਹ ਵੱਡੀ ਸਜ਼ਾ ਹੁੰਦੀ ਸੀ। ਤੇ ਜਿਸ ਵੇਲੇ ਗੁਰੂ ਪਿਆਰੋ ਉਹਨਾਂ ਬ੍ਰਾਹਮਣਾਂ ਨੂੰ ਫਿਰ ਸਜ਼ਾ ਦਿੱਤੀ, ਬਾਕੀ ਦਿਆਂ ਨੂੰ ਉਹਨਾਂ ਦੇ ਕੇਸ ਕੱਟ ਕੇ ਤੇ ਉਹਨਾਂ ਨੂੰ ਆਪਣੇ ਦੇਸ਼ 'ਚੋਂ ਦੇਸ਼ ਨਿਕਾਲਾ ਦੇ ਦਿੱਤਾ। ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਚਲੇ ਗਏ। ਹੁਣ ਗਾਂ ਲੋਕ ਪੁੱਛਦੇ ਸੀ ਵੀ ਤੁਹਾਡੇ ਕੇਸ ਕਿਉਂ ਕੱਟੇ ਹੋਏ ਆ? ਉਦੋਂ ਇਹ ਰਿਵਾਜ ਹੀ ਨਹੀਂ ਸੀਗਾ। ਤੇ ਇਹਨਾਂ ਨੇ ਫਿਰ ਆਪਣੀ ਸਜ਼ਾ ਤਾਂ ਦੱਸੀ ਨਹੀਂ, ਕੋਈ ਹੋਰ ਹੀ ਕਹਾਣੀਆਂ ਬਣਾ ਦੱਸਤੀਆਂ। ਮੈਂ ਇੱਕ ਇਲਾਕੇ ਦੀ ਗੱਲ ਕਰਾਂ, ਉੱਥੋਂ ਦੇ ਇਲਾਕੇ ਵਾਲਿਆਂ ਨੂੰ ਪੁੱਛਿਆ ਕੇਸ ਕਿਉਂ ਕੱਟੇ ਆ? ਕਹਿੰਦੇ ਅਸਲ ਵਿੱਚ ਸਾਡੇ ਜਦੋਂ ਕੋਈ ਬਜ਼ੁਰਗ ਮਰ ਜਾਂਦਾ ਨਾ, ਤੇ ਜਿਹੜਾ ਉਹਦਾ ਪੁੱਤਰ ਹੁੰਦਾ ਉਹ ਗਾਹਾਂ ਸੁਨੇਹੇ ਦੇਣ ਵਾਸਤੇ ਜਾਂਦਾ ਸਕੀਰੀਆਂ 'ਚ, ਤੇ ਸਕੀਰੀਆਂ ਸੁਨੇਹੇ ਦੇਣ ਗਿਆ, ਉਹ ਆਪਣੇ ਕੇਸ ਕਟਾ ਕੇ ਜਾਂਦਾ, ਘੋਣ ਮੋਣ ਹੋ ਕੇ ਜਾਂਦਾ, ਪੱਗ ਘਰੇ ਲਾ ਜਾਂਦਾ। ਤੇ ਫਿਰ ਸਕੀਰੀ ਵਾਲੇ ਆਪ ਹੀ ਸਮਝ ਲੈਂਦੇ ਵੀ ਇਹਨਾਂ ਦਾ ਕੋਈ ਮਰ ਗਿਆ ਲੱਗਦਾ। ਕਹੋ ਸਤਨਾਮ ਸੀ। ਦੱਸਣ ਦੀ ਲੋੜ ਨਹੀਂ ਪੈਂਦੀ, ਸਮਝ ਲੈਂਦੇ ਆ ਵੀ ਮਰ ਗਿਆ ਕੋਈ। ਉਹਨਾਂ ਨੇ ਉੱਥੇ ਜਾ ਕੇ ਗੱਲ ਚਲਾ ਦਿੱਤੀ ਆ। ਭਾਈ ਗੁਰਦਾਸ ਜੀ ਨੇ ਫਿਰ ਉਸ ਸਮੇਂ ਦੀ ਵਾਰਤਾ ਆਪਣੀ ਪੌੜੀ ਵਿੱਚ ਲਿਖੀ। ਇੱਕ ਜਵਾਈ ਚੱਲਿਆ, ਗਰਮੀਆਂ ਦੇ ਦਿਨਾਂ ਤੁਰ ਕੇ ਜਾਂਦੇ ਸੀਗੇ, ਸਹੁਰੇ ਮਿਲ ਚੱਲਿਆ, ਸਿਰ 'ਤੇ ਪੱਗ ਵੀ ਬੰਨੀ ਹੋਈ ਹੈ। ਵੈਸੇ ਉਹ ਘੋਣ ਮੋਣ ਸੀ, ਪਹਿਲਾਂ ਬੁੜਾ ਕੋਈ ਮਰਿਆ ਹੋਣਾ ਉਹਨਾਂ ਦਾ। ਘੋਣ ਮੋਣ ਸੀ ਤੇ ਗਰਮੀ ਦਾ ਦਿਨ ਸੀ, ਰਾਹ ਵਿੱਚ ਖੂਹ 'ਤੇ ਨਹਾ ਲਿਆ। ਜਦ ਖੂਹ 'ਤੇ ਨਹਾ ਲਿਆ ਤੇ ਸ਼ਾਂਤੀ ਨਾਲ, ਤੇ ਉੱਥੋਂ ਉੱਠ ਕੇ ਤੁਰ ਗਿਆ, ਤੇ ਸਿਰ 'ਤੇ ਪੱਗ ਬੰਨ੍ਹਣੀ ਭੁੱਲ ਗਿਆ, ਪੱਗ ਉੱਥੇ ਹੀ ਭੁੱਲ ਗਿਆ, ਨੰਗੇ ਸਿਰ ਤੁਰ ਪਿਆ। ਤੇ ਜਿਸ ਵੇਲੇ ਗੁਰੂ ਪਿਆਰੂ ਆਪਣੇ ਸਹੁਰੇ ਘਰ 'ਚ ਪਹੁੰਚਿਆ, ਇਹਨੂੰ ਵੇਖਦਿਆਂ ਜਿਹੜੀ ਘਰ ਦੇ ਵਿੱਚ ਨੂੰਹ ਸੀ ਵੱਡੀ ਜਾਂ ਛੋਟੀ, ਉਹ ਇਹਨੂੰ ਵੇਖਦਿਆਂ ਹੀ ਰੋਣ ਲੱਗ ਪਈ। ਕੋ ਸਤਨਾਮ ਸੀ। ਪਰਿਵਾਰ ਰੋਣ ਲੱਗ ਪਿਆ। ਹੁਣ ਨਾ ਤਾਂ ਉਹਨਾਂ ਨੇ ਇਹਨੂੰ ਪੁੱਛਿਆ ਤੇ ਨਾ ਇਹਨੇ ਉਹਨਾਂ ਨੂੰ ਪੁੱਛਿਆ, ਇਹ ਵੀ ਰੋਣ ਲੱਗ ਪਿਆ। ਸਾਰੇ ਰੋਣ ਲੱਗ ਪਏ, ਪਰਿਵਾਰ ਸਾਰੇ ਥੱਲੇ ਬਹਿ ਗਏ ਖੇਸ ਵਿਛਾ ਕੇ। ਹੁਣ ਗਵਾਂਢੀਆਂ ਨੇ ਆਵਾਜ਼ ਸੁਣੀ, ਗਵਾਂਢੀ ਵੀ ਆ ਕੇ ਕੋਲੇ ਬਹਿ ਗਏ, ਉਹ ਵੀ ਨਾਲ ਹੱਥੜਾ ਮਾਰ ਕੇ, ਉਹ ਆਪਦੇ ਮਰਿਆਂ ਨੂੰ ਯਾਦ ਕਰਕੇ ਰੋਣ ਲੱਗ ਪੈਂਦੇ। ਵਿਹੜਾ ਭਰ ਗਿਆ, ਦੁਨੀਆ ਰੋਈ ਜਾਂਦੀ ਹੈ। ਬੁੜਾ ਕਿਤੇ ਖੇਤ ਗਿਆ ਸੀਗਾ, ਤੇ ਉਹ ਬਜ਼ੁਰਗ ਖੇਤੋਂ ਆਇਆ, ਤੇ ਉਹ ਰੋਂਦਿਆਂ ਨੂੰ ਵੇਖ ਕੇ ਉਹ ਬਹਿ ਗਿਆ। ਤੇ ਉਹ ਫਿਰ ਕੋਲੇ ਬੈਠ ਕੇ ਪੁੱਛਦਾ ਆਪਣੀ ਵੱਡੀ ਨੂੰਹ ਨੂੰ, ਬੇਟਾ ਕੌਣ ਮਰ ਗਿਆ?
ਕਹਿੰਦੇ ਪਤਾ ਨਹੀਂ ਬਾਪੂ ਜੀ, ਆਪਣੇ ਜਵਾਈ ਨੂੰ ਪੁੱਛੋ। ਜਵਾਈ ਨੂੰ ਪੁੱਛਿਆ, ਬੇਟਾ ਤੁਹਾਡੇ ਕੌਣ ਮਰ ਗਿਆ? ਕਹਿੰਦਾ ਸਾਡੇ ਤਾਂ ਕੋਈ ਨਹੀਂ ਮਰਿਆ। ਕਹਿੰਦੇ ਤੁਹਾਡੇ ਕੋਈ ਨਹੀਂ ਮਰਿਆ? ਉਹਨੇ ਦਬਕਾ ਮਾਰਿਆ, ਕਹਿੰਦਾ ਪੰਨ ਚੁੱਪ ਕਰੋ ਸਾਰੇ। ਸਭ ਤੋਂ ਪਹਿਲਾਂ ਕੌਣ ਰੋਇਆ ਸੀਗਾ? ਘਰ ਦੀਆਂ ਬੀਬੀਆਂ। ਨੋ ਤੂੰ ਕਿਉਂ ਰੋਈ ਭਾਈ? ਬਾਪੂ ਜੀ ਸਿਰ ਤੇ ਪੱਗ ਹੀ ਨਹੀਂ ਗੀ। ਤੁਹਾਨੂੰ ਪਤਾ ਰਿਵਾਜ ਹੈ, ਲੋਕਾਂ ਦੇ ਘਰੇ ਸੁਨੇਹਾ ਦੇਣ ਜਾਂਦੇ, ਸਾਡਾ ਬਜ਼ੁਰਗ ਮਰ ਗਿਆ, ਸਿਰ ਤੋਂ ਪੱਗ ਲਾ ਕੇ ਘੋਣ ਮੋਣ ਹੋ ਕੇ ਜਾਂਦੇ ਆ, ਦੇਖੋ ਨਾ। ਕਹਿੰਦੇ ਉਹ ਤੇਰੀ ਪੱਗ ਕਿੱਥੇ ਹੈ? ਉਹ ਪੱਗ ਤਾਂ ਕਹਿੰਦਾ ਮੈਂ ਖੂਹ ਤੇ ਭੁੱਲਿਆ ਆ। ਕੋ ਸਤਨਾਮ ਠੰਡੇ ਖੂਹੋਂ ਨਹਾਏ ਕਹਿ। ਉਹ ਸਾਰੀ ਪੌੜੀ ਭਾਈ ਸਾਹਿਬ ਗੁਰਦਾਸ ਜੀ ਨੇ ਲਿਖੀ ਆ ਆਪਣੀ ਵਾਰਾਂ ਦੇ ਵਿੱਚ। ਫਿਰ ਇਹ ਗੱਲ ਖੁੱਲੀ ਤੇ ਫਿਰ ਸਾਰੇ ਚੁੱਪ ਕਰ ਗਏ। ਉੱਥੇ ਭਾਈ ਸਾਹਿਬ ਨੇ ਕੀ ਲਿਖਿਆ? ਮੂਰਖ ਪਾਈ ਕਾਮਾ ਰੌੜੀ। ਉੱਥੇ ਗੱਲ ਉਦੋਂ ਖੁੱਲੀ ਜਦੋਂ ਨੈਣ ਨੇ ਆ ਕੇ ਪੁੱਛਿਆ ਵੀ ਕੌਣ ਮਰਿਆ, ਕਿਹਦਾ ਨਾਂ ਲੈ ਕੇ ਮੈਂ ਬੈਣ ਪਾਵਾਂ। ਉਹ ਨੈਣਾ ਨੇ ਗੀਤ ਵੀ ਯਾਦ ਕੀਤੇ ਹੁੰਦੇ ਸੀ ਵਿਆਹ ਵਾਸਤੇ ਤੇ ਮਰਗ ਵਾਸਤੇ, ਵੈਣ ਵੀ ਯਾਦ ਕੀਤੇ ਹੁੰਦੇ ਸੀਗੇ। ਉਹ ਫਿਰ ਉਹਨਾਂ ਦੀ ਉਹ ਡਿਊਟੀ ਲਾਈ ਜਾਂਦੀ, ਉਹੀ ਵੈਣ ਪਾਈ ਜਾਂਦੀ ਆ, ਬਾਕੀ ਰੋਈ ਜਾਂਦੀਆਂ ਨਾਲ। ਉਹਨੇ ਪੁੱਛਿਆ ਬਾਪੂ ਕੌਣ ਮਰ ਗਿਆ? ਵੱਡੀ ਨੂੰਹ ਨੂੰ ਪੁੱਛਿਆ ਆ ਕੇ ਨੈਣ ਨੇ। ਉਹ ਕਹਿੰਦੀ ਮੈਨੂੰ ਤਾਂ ਪਤਾ ਨਹੀਂ, ਕਿਉਂਕਿ ਕਈ ਪਿੰਡਾਂ ਦੇ ਵਿੱਚ ਇਹ ਖਿਆਲ ਹੈ ਵੀ ਜਿਹੜੀਆਂ ਬਹੂਆਂ ਉਹ ਪ੍ਰਾਹੁਣੇ ਤੋਂ ਘੁੰਡ ਕੱਢਦੀਆਂ। ਰਾਜਸਥਾਨ ਦੇ ਵਿੱਚ ਵੀ ਹੈ, ਹਰਿਆਣੇ 'ਚ ਵੀ ਹੈ, ਅਤੇ ਬੁਲਾਉਂਦੀਆਂ ਨਹੀਂ ਉਹ। ਜਦ ਵੱਡੀ ਨੂੰਹ ਨੂੰ ਪੁੱਛਿਆ, ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ, ਬਾਪੂ ਨੂੰ ਪੁੱਛ ਲਾ, ਆਪਣਾ ਪ੍ਰਾਹੁਣਾ ਆਇਆ ਹੈਗਾ, ਉਹਨਾਂ ਦੇ ਕੋਈ ਮਰਿਆ ਮੁਰਿਆ ਹੋਣਾ ਹੈ। ਪ੍ਰਾਹੁਣਾ ਕਹਿੰਦਾ ਸਾਡੇ ਨਹੀਂ ਕੋਈ ਮਰਿਆ। ਅਤੇ ਇਸ ਤਰ੍ਹਾਂ ਗੁਰੂ ਪਿਆਰਿਓ, ਜਿਸ ਵੇਲੇ ਇਹ ਘਟਨਾ ਹੋਈ, ਅਤੇ ਹੁਣ ਇਹ ਘਟਨਾ ਉਹਨਾਂ ਸਮਿਆਂ ਦੀ ਹੈ ਜਦੋਂ ਰਾਜੇ ਨੇ ਸਜ਼ਾ ਦਿੱਤੀ ਸੀ। ਅਤੇ ਸਤਿਗੁਰੂ ਪਾਤਸ਼ਾਹ ਜੀ ਇੱਥੇ ਜਦ ਪਹੁੰਚੇ ਹਨ ਅਤੇ ਹੁਣ ਸਾਰਿਆਂ ਦੇ ਕੇਸ ਰੱਖੇ ਹੋਏ ਆ। ਜੇ ਨਗਰ ਵਿੱਚ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਲੈ ਕੇ ਪਹੁੰਚੇ ਆਪਣੇ ਸਿੰਘਾਂ ਨੂੰ, ਸ਼ਸਤਰ ਧਾਰੀ ਫੌਜਾਂ ਨੂੰ, ਕੇਸ ਦਾੜੇ, ਪ੍ਰਕਾਸ਼ ਹੈ, ਕੇਸਾਂ ਦੇ ਦਸਤਾਰਾਂ ਸਜਾਈਆਂ ਹੈ। ਇਹ ਪੁੱਛਦੇ ਆ ਤੁਹਾਡੀ ਕੀ ਜਾਤ ਆ? ਅਸੀਂ ਤੁਹਾਨੂੰ ਪਹਿਲੀ ਵਾਰ ਦੇਖ ਰਹੇ, ਕਿਉਂਕਿ ਪਹਿਲੀ ਵਾਰ ਹੀ ਇਹ ਕੰਮ ਹੋਇਆ, ਗੁਰੂ ਗੋਬਿੰਦ ਸਿੰਘ ਨੇ ਸ਼ੁਰੂਆਤ ਕੀਤੀ। ਨਹੀਂ ਤਾਂ ਬਾਬਾ ਨਾਨਕ ਜੀ ਕਹਿੰਦੇ ਛਤਰੀਆਂ ਤੇ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ। ਛਤਰੀਆਂ ਨੇ ਸ਼ਸਤਰ ਛੱਡ ਦਿੱਤੇ, ਛਤਰੀਆਂ ਦੀ ਪੱਗ ਬੰਨ੍ਹਣੀ ਵੀ ਬੰਦ ਕਰਤੀ ਮੁਗਲਾਂ ਨੇ, ਉਸ ਵੇਲੇ ਤੁਰਕਾਂ ਨੇ, ਮੁਸਲਮਾਨਾਂ ਨੇ। ਅਤੇ ਬਾਬੇ ਨਾਨਕ ਨੇ ਗੁਰੂ ਗੋਬਿੰਦ ਸਿੰਘ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਤੋਂ ਫਿਰ ਇਹ ਦਸਤਾਰ ਬੰਨ੍ਹਣੀ, ਘੋੜ ਸਵਾਰੀ ਕਰਨੀ। ਕਈ ਹਰਿਆਣੇ ਰਾਜਸਥਾਨ ਦੇ ਪਿੰਡਾਂ ਵਿੱਚ ਆਪਾਂ ਖਬਰ ਸੁਣਦੇ ਹਾਂ ਕਿ ਫਲਾਣੇ ਥਾਂ 'ਤੇ ਨੀਵੀਂ ਜਾਤ ਦਾ ਮੁੰਡਾ ਵਿਆਹ ਵਾਸਤੇ ਘੋੜੀ ਚੜ੍ਹਨ ਲੱਗਿਆ ਸੀ, ਪਿੰਡ ਵਾਲੇ ਚੌਧਰੀਆਂ ਨੇ ਕੁੱਟ ਕੇ ਮਾਰਤਾ। ਕਿਉਂਕਿ ਉਹ ਕਹਿੰਦੇ ਸਾਡੇ ਪਿੰਡ ਵਿੱਚ ਚੌਧਰੀਆਂ ਤੋਂ ਬਿਨਾਂ ਕੋਈ ਘੋੜੀ 'ਤੇ ਚੜ੍ਹ ਹੀ ਨਹੀਂ ਸਕਦਾ। ਕੋਈ ਸਤਨਾਮ ਸੀ। ਖਬਰਾਂ ਆਉਂਦੀਆਂ ਸਾਡੇ ਕੋਲ ਮੋਬਾਈਲਾਂ 'ਤੇ, ਅੱਜ ਕੱਲ੍ਹ ਇਹੋ ਜਿਹੀਆਂ ਖਬਰਾਂ ਮਿੰਟੋ ਮਿੰਟੀ ਪਹੁੰਚ ਜਾਂਦੀਆਂ। ਉਹਨਾਂ ਨੇ, ਉਹ ਮੁੰਡਾ ਲਾੜਾ ਸੀਗਾ, ਲਾੜਾ ਬਣ ਕੇ ਘੋੜੀ 'ਤੇ ਇੱਕ ਦਿਨ ਚੜ੍ਹਦਾ ਹੀ ਆ ਹਰੇਕ, ਪਰ ਉਹ ਹੰਕਾਰੀ ਚੌਧਰੀਆਂ ਨੇ ਵਿਚਾਰੇ ਨੂੰ ਕੁੱਟ ਕੇ ਮਾਰਤਾ ਵੀ ਤੂੰ ਘੋੜੀ ਚੜ੍ਹਿਆ ਤੇ ਚੜ੍ਹਿਆ ਕਿਵੇਂ। ਇਹ ਮੁਗਲਾਂ ਨੇ ਬੰਦ ਕੀਤੇ ਹੋਏ ਸੀ। ਮੁੜ ਕੇ ਚੌਧਰੀਆਂ ਦਾ ਬੋਲਬਾਲਾ ਹੋ ਗਿਆ, ਉਹਨਾਂ ਨੇ ਉਹੀ ਰੀਤ ਚਲਾਈ ਹੋਈ ਆ ਕਈ ਥਾਵਾਂ 'ਤੇ। ਗਰੀਬ ਘਰਾਂ ਦੇ ਮੁੰਡਿਆਂ ਨੂੰ ਘੋੜੀ ਨਹੀਂ ਚੜ੍ਹਨ ਦੇ ਕਿ ਉਹ ਸਤਨਾਮ ਸੀ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਸ ਕਰਕੇ ਅੱਜ ਇਸ ਪਿੰਡ ਦੇ ਲੋਕਾਂ ਨੇ ਇਹ ਨਵਾਂ ਸਰੂਪ ਦੇਖਿਆ। ਕਹਿੰਦੇ ਮਹਾਰਾਜ ਤੁਸੀਂ ਕੌਣ ਹੋ? ਤੁਹਾਡੀ ਕੀ ਜਾਤ ਹੈ? ਕਿੱਧਰ ਚੱਲੇ ਹੋ? ਇਹ ਤੁਹਾਡੇ ਨਾਲ ਕੇਸ ਦਾੜੀਆਂ ਵਾਲੇ ਇਹ ਕੌਣ ਹਨ? ਸਾਨੂੰ ਦੱਸਣਾ ਕਰੋ ਜੀ। ਗੁਜਤ ਹੈ ਲਖ ਬੇਸਨ ਬੀਨਾ, ਹਿੰਦ ਤੁਰ ਕੇ ਕਿਨੋਂ ਨਾ ਕੀਨਾ। ਅੱਜ ਨਵਾਂ ਹੀ ਵੇਸ ਦੇਖ ਕੇ, ਨਵਾਂ ਹੀ ਸਰੂਪ ਦੇਖ ਕੇ ਖਾਲਸੇ ਦਾ ਹੈਰਾਨ ਹੋਏ। ਕਹਿੰਦੇ ਨਾ ਹਿੰਦੂ ਇੱਦਾਂ ਦੇ ਆ, ਨਾ ਮੁਸਲਮਾਨ ਇੱਦਾਂ ਦੇ ਆ, ਅਸੀਂ ਇਹ ਨਵਾਂ ਹੀ ਭੇਸ ਸਰੂਪ ਦੇਖ ਰਹੇ ਹਾਂ। ਬਲਕਿ ਨਵਾਂ ਨਹੀਂ, ਇਹ ਤਾਂ ਪੁਰਾਤਨ ਹੈ। ਗੁਰਬਾਣੀ ਵਿੱਚ ਪਾਤਸ਼ਾਹ ਲਿਖਿਆ ਹੈ, ਸਾਬਤ ਸੂਰਤ ਦਸਤਾਰ ਸਿਰਾ, ਮਾਰੂ ਰਾਗ ਦੇ ਵਿੱਚ ਲਿਖਿਆ। ਇਹ ਪਰਮੇਸ਼ਰ ਦਾ ਸਰੂਪ ਹੈ। ਜਿਸ ਵੇਲੇ ਗੁਰੂ ਸਾਹਿਬ ਨੇ 1699 ਵਿਸਾਖੀ ਦੇ ਉੱਤੇ ਗੁਰੂ ਪਿਆਰੋ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਨਾ, ਉਸ ਤੋਂ ਪਹਿਲਾਂ 11 ਮਹੀਨੇ ਸਤਿਗੁਰੂ ਪਹਾੜਾਂ 'ਤੇ ਬੈਠੇ ਰਹੇ, ਪਰਮੇਸ਼ਰ ਨਾਲ ਧਿਆਨ ਜੋੜ ਕੇ ਵੀ ਜਿਹੜਾ ਪੰਥ ਸਾਜਣ ਵਾਸਤੇ ਮੈਨੂੰ ਭੇਜਿਆ ਮੈਂ ਉਹ ਕਿਹੋ ਜਿਹਾ ਬਣਾਵਾਂ। ਇੱਥੇ ਤਾਂ ਤਰ੍ਹਾਂ ਤਰ੍ਹਾਂ ਦੇ ਸਰੂਪ ਹੈ। ਕਿਸੇ ਨੇ ਕੰਨ ਪਾੜ ਕੇ ਮੋਹਰਾਂ ਮੁੰਦਰਾਂ ਪਾਤੀਆਂ, ਕਿਸੇ ਨੇ ਕੰਠੀ ਕੰਠ ਕਾਠ ਕੀ ਡਾਰੀ, ਕਿਸੇ ਨੇ ਪੈਰਾਂ ਵਿੱਚ ਘੁੰਗਰੂ ਬੰਨ੍ਹਤੇ, ਕਿਸੇ ਨੇ ਘੋਣ ਮੋਣ ਕਰਾ ਲਿਆ, ਬੋਦੀਆਂ ਰੱਖ ਲਈਆਂ। ਕੋਈ ਦਾੜੀ ਰੱਖਦਾ ਹੈਗਾ, ਕੇਸ ਕਟਾਉਂਦਾ ਮੁਸਲਮਾਨੀ ਮੱਤ ਵਿੱਚ। ਇੱਥੋਂ ਮੁੱਛਾਂ ਕੋਲੋਂ ਵੀ ਕੱਟਦੇ ਆ ਬਾਲ।
ਹੁਣ ਮੈਂ ਜਿਹੜਾ ਬਣਾਉਣਾ ਪੰਥ ਉਹ ਕਿਹੋ ਜਿਹਾ ਬਣਾਵਾਂ। ਤੇ ਆਕਾਸ਼ ਬਾਣੀ ਹੋਈ, ਇਹਨਾਂ ਲੋਕਾਂ ਨੇ ਕੱਟ ਵੱਢ ਕੀਤੀ ਆ ਬੰਦੇ ਦੀ। ਇਹਨਾਂ ਨੇ ਬੰਦੇ ਨੂੰ ਅਧੂਰਾ ਕਰਤਾ, ਇਹਨੂੰ ਪੂਰਾ ਕਰ। ਸਾਬਤ ਸੂਰ ਦਸਤਾਰ ਸਿਰਾ, ਜਿਹੋ ਜਿਹਾ ਮੈਂ ਸਰੂਪ ਭੇਜਿਆ ਇਹਨੂੰ ਉਹੋ ਜਿਹਾ ਕਰ ਪੂਰਾ। ਤਾਂ ਫਿਰ ਪਾਤਸ਼ਾਹ ਨੇ 16ਵੀਂ ਵਿਸਾਖੀ ਦੇ ਉੱਤੇ ਅੰਮ੍ਰਿਤ ਛਕਾਉਣ ਤੋਂ ਬਾਅਦ ਸਾਰਿਆਂ ਨੂੰ ਹੁਕਮ ਦਿੱਤਾ ਸੀਗਾ ਕਿ ਜਿਹੜਾ ਮੇਰਾ ਸਿੱਖ ਹੈ ਉਹ ਕੇਸ ਨਹੀਂ ਕੱਟੂਗਾ, ਕਿਉਂਕਿ ਕੇਸ ਗੁਰੂ ਦੀ ਮੋਹਰ ਹੈ, ਮੇਰੀ ਨਿਸ਼ਾਨੀ, ਮੇਰੀ ਮੋਹਰ ਹੈ। ਜਿਹੜਾ ਮੇਰਾ ਸਿੰਘ ਆ ਉਹ ਸਰੀਰ ਤੋਂ ਕਿਤੋਂ ਵੀ ਰੋਮ ਨਹੀਂ ਕੱਟੂਗਾ ਅੱਜ ਤੋਂ ਬਾਅਦ। ਕਹੋ ਸਤਨਾਮ। ਬਾਬੇ ਨਾਨਕ ਨੇ ਮਰਦਾਨੇ ਨੂੰ ਕਹਿਤਾ ਸੀਗਾ, ਲੈ ਮਰਦਾਨਿਆ ਤੂੰ ਮੇਰਾ ਮਿੱਤਰ ਹੈ, ਤੂੰ ਕੇਸ ਨਹੀਂ ਕੱਟਣੇ, ਦਾੜੀ ਤੋਂ ਕੱਟ ਜਾ, ਮੁੱਛਾਂ ਤੋਂ ਬਾਲ ਨਹੀਂ ਕੱਟਣੇ। ਮਰਦਾਨਾ ਜੀ ਮੁਸਲਮਾਨ ਸੀ ਨਾ, ਪਰ ਸਤਿਗੁਰੂ ਨਾਨਕ ਪਾਤਸ਼ਾਹ ਦੇ ਬਹੁਤ ਪੱਕੇ ਦੋਸਤ ਸੀਗੇ। ਤੇ ਉਸ ਦਿਨ ਤੋਂ ਮਰਦਾਨੇ ਨੇ ਵੀ ਆਪਣੀ ਇਸ ਦਾੜੀ ਚੋਂ ਜਾਂ ਮੁੱਛਾਂ ਦੇ ਵਿੱਚੋਂ ਵਾਲ ਕੱਟਣੇ ਜਾਂ ਕੇਸ ਕੱਟਣੇ ਬੰਦ ਕਰਤੇ ਸੀਗੇ। ਸਾਬਤ ਸੂਰਤ ਹੋ ਕੇ ਸਰੀਰ ਛੱਡਿਆ ਭਾਈ ਮਰਦਾਨਾ ਜੀ ਨੇ। ਇਹ ਪੁੱਛਦੇ ਹਨ ਤੁਸੀਂ ਕੌਣ ਹੋ? ਨਵੇਂ ਸਰੂਪ ਦੇਖੇ ਆ, ਨਾ ਹਿੰਦੂਆਂ ਦੇ ਆ ਨਾ ਤੁਰਕਾਂ ਦੇ ਆ, ਇਦਾਂ ਦੇ। ਸੁਰਕੜ ਗੁਰ ਫਰਮਾਵਨ ਕੀਹਾ, ਪਿਉ ਖਾਲਸਾ ਜਗ ਮੈਂ ਤੀਆ। ਕਹਿੰਦੇ ਅਸਲ ਵਿੱਚ ਇਹ ਤੀਸਰਾ ਧਰਮ ਸਾਜਿਆ ਭਾਈ, ਇਹ ਖਾਲਸਾ ਪੰਥ ਹੈ। ਹਿੰਦੂ ਤੁਰਕ ਦੋਹਨ ਤੇ ਨਿਆਰੋ, ਸ੍ਰੀ ਅਕਾਲ ਕੇ ਦਾਸ ਵਿਚਾਰੋ। ਇਹ ਅਕਾਲ ਪੁਰਖ ਦੇ ਪੂਜਣ ਵਾਲੇ ਹਨ। ਪੂਜਾ ਅਕਾਲ ਕੀ ਹੈ? ਅਕਾਲ ਪੁਰਖ ਦੀ ਫੌਜ ਹੈ, ਅਕਾਲ ਪੁਰਖ ਦੇ ਦਾਸ ਹਨ। ਇਹ ਨਾ ਹਿੰਦੂ ਹੈ ਨਾ ਤੁਰਕ ਹੈ। ਕਬੀਰ ਸਾਹਿਬ ਜੀ ਵੀ ਆਪਣੇ ਵਿਸ਼ੇ ਤੇ ਕਹਿੰਦੇ ਆ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ, ਅਸੀਂ ਤਾਂ ਅੱਲਾ ਦੇ ਬੱਚੇ ਹਾਂ। ਉਸੇ ਦਾ ਸਰੀਰ ਹੈ, ਉਸੇ ਦੇ ਵਿੱਚ ਪ੍ਰਾਣ ਹਨ, ਜਾਨ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਇਹ ਹਿੰਦੂ ਹੈ ਨਾ ਤੁਰਕ ਹੈ, ਇਹ ਤਿੰਨਾਂ ਤੋਂ ਨਿਆਰਾ ਹੈ। ਔਰੰਗਜ਼ੇਬ ਕਹਿਣ ਲੱਗਿਆ ਮੈਂ ਇੱਕ ਬਣਾਉਣ ਤੇ ਤੁਲਿਆ, ਮੈਂ ਸਾਰਿਆਂ ਨੂੰ ਮੁਸਲਮਾਨ ਬਣਾਉਣ ਤੇ ਲੱਗਿਆ। ਗੁਰੂ ਤੇਗ ਬਹਾਦਰ ਕਹਿੰਦਾ ਤੇ ਤੁਸੀਂ ਕਿਉਂ ਰੋਕਣ ਵਾਸਤੇ ਆਏ ਹੋ? ਸਾਡਾ ਧਰਮ ਬਹੁਤ ਉੱਤਮ ਹੈ। ਗੁਰੂ ਤੇਗ ਬਹਾਦਰ ਜੀ ਕਹਿੰਦੇ ਤੂੰ ਦੋ ਤੋਂ ਇੱਕ ਬਣਾਉਣ ਨੂੰ ਫਿਰਦਾ ਹੈ, ਮੈਨੂੰ ਲੱਗਦਾ ਹੁਣ ਤੀਜਾ ਪ੍ਰਗਟ ਹੋਊਗਾ। ਕਹੋ ਸਤਨਾਮ। ਇਹ ਭਵਿੱਖਬਾਣੀ ਗੁਰੂ ਤੇਗ ਬਹਾਦਰ ਜੀ ਨੇ ਵੀ ਕੀਤੀ ਹੈ। ਉਹ ਕਹਿੰਦੇ ਇਹ ਕਿਵੇਂ ਹੋ ਸਕਦਾ ਤੀਜਾ ਪ੍ਰਗਟ ਹੋਊਗਾ? ਕਹਿੰਦੇ ਇਹ ਪਰਮੇਸ਼ਰ ਹੀ ਜਵਾਬ ਦੇਊਗਾ। ਐਂ ਕਰ ਤੂੰ 5 ਮਣ ਪੱਕੀਆਂ ਕਾਲੀਆਂ ਮਿਰਚਾਂ ਮੰਗਾ ਤੇ ਉਹਨਾਂ ਨੂੰ ਅੱਗ ਲਾ ਕੇ ਚੰਗੀ ਤਰ੍ਹਾਂ ਸਾੜ ਦੇ। ਉਹਨੇ ਮੰਗਾਈਆਂ, ਮਿਰਚਾਂ ਦਾ ਢੇਰ ਲਾਤਾ, ਉਹਨਾਂ ਨੂੰ ਅੱਗ ਲਾਤੀ, ਉਹ ਮਚਣੀਆਂ ਸ਼ੁਰੂ ਹੋਈਆਂ। ਜਦੋਂ ਮੱਚ ਕੇ ਸਵਾਹ ਬਣ ਗਈਆਂ, ਪਾਤਸ਼ਾਹ ਕਹਿੰਦੇ ਹੁਣ ਇਹਨਾਂ ਨੂੰ ਰਗੜਾ ਦੇ, ਬੰਦੇ ਲਾ ਦੇ, ਪੂਰਾ ਜ਼ੋਰ ਲਾ ਲੈਣ, ਇਹਨਾਂ ਨੂੰ ਰਗੜ ਲੈਣ, ਛਾਣਨੀ ਵਿੱਚੋਂ ਛਾਣ ਦਿਓ, ਬਾਕੀ ਕੀ ਬਚਦਾ ਉਹ ਜਵਾਬ ਹੋਊਗਾ। ਕਹੋ ਸਤਨਾਮ। ਉਹਨਾਂ ਮਿਰਚਾਂ ਨੂੰ ਰਗੜਿਆ ਗਿਆ, ਮਚਾਇਆ ਗਿਆ, ਤੇ ਜਦ ਛਾਣੀਆਂ ਗਈਆਂ ਉਹਨਾਂ 'ਚੋਂ 3 ਮਿਰਚਾਂ ਸਾਬਤੀਆਂ ਫਿਰ ਵੀ ਰਹਿ ਗਈਆਂ। ਪਾਤਸ਼ਾਹ ਕਹਿੰਦੇ 2 ਤੋਂ 1 ਕਰਨ ਨੂੰ ਫਿਰਦਾ, ਇਹ ਮੈਨੂੰ ਲੱਗਦਾ ਦੂਜੇ ਤੋਂ ਤੀਜਾ ਵੀ ਪੈਦਾ ਹੋਵੇਗਾ, ਉਹ ਖਾਲਸਾ ਪੰਥ। ਪਾਤਸ਼ਾਹ ਜੀ ਕਹਿੰਦੇ ਇਹ ਤੀਸਰਾ ਖਾਲਸਾ ਪੰਥ ਅਕਾਲ ਪੁਰਖ ਕੀ ਫੌਜ, ਉਹਦੇ ਸੇਵਕ ਹਨ। ਬੀਜ ਮਾਤਰ ਅਬ ਰੂਪ ਦਿਖਾਵਾ, ਹੱਥ ਤੁਰ ਕਰ ਠਾਣੇ ਚਿਤ ਦਾਵਾ। ਔਰ ਹਜੇ ਤਾਂ ਅਸੀਂ ਬੀਜ ਬੀਜਿਆ, ਜਦੋਂ ਇਹ ਤਕੜਾ ਹੋ ਗਿਆ ਇਹ ਤੁਰਕਾਂ ਦਾ ਖਾਤਮਾ ਕਰੇਗਾ ਧਰਤੀ ਤੋਂ। ਪਰ ਬਲੀ ਵੀਰ ਬਰ ਬੰਕਾ, ਆਯੁਧ ਧਾਰੀ ਰਿਪੇ ਆਤੰਕਾ। ਇਹ ਸਭ ਤੋਂ ਬਲੀ ਹੋਵੇਗਾ, ਵੀਰ ਯੋਧਾ ਹੋਵੇਗਾ, ਬਰ ਬੰਕਾ ਸੁੰਦਰ ਹੋਵੇਗਾ। ਕਈ ਦੇਸ਼ਾਂ ਨੇ ਮਿਲ ਕੇ ਇੱਕ ਵਾਰੀ ਇਸ ਵਿਸ਼ੇ ਤੇ ਵਿਚਾਰ ਕੀਤੀ ਕਿ ਕਿਹੜੇ ਇਲਾਕੇ ਦਾ ਬੰਦਾ ਸਭ ਤੋਂ ਸੋਹਣਾ ਹੈ, ਕਿਹੜੇ ਇਲਾਕੇ ਦਾ ਮਨੁੱਖ ਹੈ ਜਿਹੜਾ ਉਹ ਸਭ ਤੋਂ ਸੋਹਣਾ ਹੈ। ਤੇ ਸਾਰਿਆਂ ਨੇ ਵਿਚਾਰ ਕਰਕੇ ਜੱਜਮੈਂਟ ਕਰਕੇ ਇਹੀ ਦੱਸਿਆ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਉਹ ਹੀ ਸਭ ਤੋਂ ਸੋਹਣਾ ਹੈ, ਬਾਕੀ ਨਹੀਂ। ਕਹੋ ਸਤਨਾਮ। ਇਹ ਸਾਰੇ ਬਾਹਰਲੇ ਦੇਸ਼ਾਂ ਦੀ ਜੱਜਮੈਂਟ ਦੀ ਰਿਪੋਰਟ ਹੈ ਗੁਰੂ ਪਿਆਰੋ। ਇਸ ਕਰਕੇ ਇਹ ਸਭ ਤੋਂ ਸੁੰਦਰ ਬੰਕਾ ਬੜਾ ਸੁੰਦਰ ਹੋਵੇਗਾ, ਆਯੁਧ ਧਾਰੀ ਸ਼ਸਤਰ ਧਾਰੀ ਹੋਵੇਗਾ, ਰਿਪੇ ਆਤੰਕਾ ਦੁਸ਼ਮਣ ਇਸ ਤੋਂ ਡਰੂਗਾ। ਸੁਣ ਕਰ ਸਰਬ ਲੋਕ ਬਿਸਮਾਹੇ, ਗੁਰ ਸਮਰਾਤੇ ਨਿਉ ਉਪਾਏ। ਔਰ ਸਾਰੇ ਹੈਰਾਨ ਹੋਏ, ਪਹਿਲੀ ਵਾਰ ਦੇਖਿਆ ਖਾਲਸਾ ਸਰੂਪ ਤੇ ਸਾਰੇ ਹੈਰਾਨ ਹੋਏ। ਤੇ ਨਾਲੇ ਕਹਿੰਦੇ ਯਾਰ ਗੁਰੂ ਇਹ ਤਾਂ ਸਮਰੱਥ ਹੈ, ਇਹ ਤਾਂ ਪਾਵਰਾਂ ਦਾ ਮਾਲਕ ਹੈ। ਉੱਠੇ ਪ੍ਰਭੂ ਚੇਤਨ ਦੇ ਨਾਲ, ਦੇਖਣ ਲਾਗੇ ਠਵਰ ਵਿਸਾਲ। ਇਉਂ ਵਿਚਾਰਾਂ ਹੋਈਆਂ। ਫਿਰ ਪਾਤਸ਼ਾਹ ਚੇਤਨ ਪੰਡਤ ਨੂੰ ਕਹਿੰਦੇ ਚੱਲ ਬਈ ਤੇਰਾ ਸ਼ਹਿਰ ਵਿਖਾ ਸਾਨੂੰ।
ਤੀਰਥ ਪਾਰ ਥਾਨ ਦਿਖਲਾਵਾ ਪਿਖੀ ਗੋਹਾਜ ਹੈ ਨਾਗ ਰਹਾਵਾ। ਔਰ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਚੇਤਨ ਦੇ ਨਾਲ ਉਸ ਇਲਾਕੇ ਨੂੰ ਵੇਖਦੇ ਜਾ ਰਹੇ ਹਨ। ਇੱਕ ਗੁਫਾ ਦੇਖੀ ਆ, ਭਾਵ ਗੁਹਾ ਭਾਵ ਖੱਡ, ਜਿਹਦੇ ਵਿੱਚ ਇੱਕ ਬਹੁਤ ਵੱਡਾ ਨਾਗ ਸੱਪ ਬੈਠਾ ਹੈ ਜੀ। ਇਤਿਆਦਿਕ ਅਵਲੋਕਨ ਕਰੇ ਚੇਤਨ ਕਛੂ ਪ੍ਰਸੰਗ ਉਚਰੇ। ਔਰ ਸਤਿਗੁਰਾਂ ਦੇ ਨਾਲ ਸਿੰਘ ਵੀ ਹੈ ਤੇ ਸਾਰਿਆਂ ਨੇ ਵੇਖਿਆ ਵੀ ਐਡਾ ਵੱਡਾ ਸੱਪ ਰਹਿੰਦਾ ਗੁਫਾ ਦੇ ਵਿੱਚ। ਤੇ ਪਾਤਸ਼ਾਹ ਚੇਤਨ ਨੂੰ ਪੁੱਛਦੇ ਵੀ ਇਹ ਕਿਵੇਂ ਆ? ਤਮ ਨਾਸਨ ਮਖ ਕੀਨਸ ਇਹਾ ਦਾਰਨ ਭੇਖ ਰੁਦਰ ਕੋ ਮਹਾ। ਉਹ ਕਹਿਣ ਲੱਗਿਆ ਜੀ ਬ੍ਰਹਮਾ ਨੇ ਇੱਥੇ ਇੱਕ ਵਾਰੀ ਜੱਗ ਕੀਤਾ ਸੀਗਾ ਤੇ ਸ਼ਿਵ ਜੀ ਭਿਆਨਕ ਭੇਸ ਧਾਰ ਕੇ ਇੱਥੇ ਆਇਆ ਸੀ। ਏਕ ਪਾਲ ਕੋ ਜਾਚਨ ਆਵਾ ਬਿਨ ਜਾਣੇ ਤੇ ਝਿਰਕ ਹਟਾਵਾ। ਉਹ ਕਪਾਲ ਖੱਪਰ ਲੈ ਕੇ ਇੱਥੇ ਮੰਗਣ ਆਇਆ ਸੀ, ਕਿਉਂਕਿ ਬ੍ਰਹਮਾ ਉਸ ਨੂੰ ਜਾਣਦੇ ਨਹੀਂ ਸੀ, ਇਸ ਕਰਕੇ ਝਿੜਕ ਕੇ ਮੋੜ ਦਿੱਤਾ ਸੀ। ਤੋ ਕਪਾਲ ਮੋਚਨ ਗੁਰੂ ਪਿਆਰਿਓ, ਅਸਲ ਦੇ ਵਿੱਚ ਕਹਿੰਦੇ ਉਸ ਦੇ ਸਿਰ ਹੱਥ ਉੱਤੇ ਕਿਸੇ ਦਾ ਸਿਰ ਜੰਮਿਆ ਹੋਇਆ ਸੀ ਜਿਹੜਾ ਉਹਨੇ ਵੱਢਿਆ ਸੀਗਾ। ਤੇ ਕਹਿੰਦੇ ਉਸ ਦਾ ਉਸ ਪਾਪ ਤੋਂ ਛੁਟਕਾਰਾ ਇੱਥੇ ਆ ਕੇ ਹੋਇਆ ਸੀ। ਕਹਿੰਦੇ ਬ੍ਰਹਮਾ ਉਸ ਨੂੰ ਲੜ ਪਿਆ। ਪ੍ਰਥਮ ਆ ਮੰਗਲ ਬੇਕ ਦਿਖਾਵੇ ਮਖ ਮੈਂ ਨਾ ਐਸੀ ਬਣ ਆਵੇ। ਉਹ ਤੂੰ ਆਏ ਕਿਵੇਂ ਆਇਆ ਜੱਗ ਦੇ ਵਿੱਚ? ਪਹਿਲਾਂ ਹੀ ਅਮੰਗਲ ਮਾੜਾ ਰੂਪ ਧਾਰ ਕੇ ਆਇਆ। ਇਹਦੇ ਗਲ ਵਿੱਚ ਸੱਪ ਸੁੱਪ ਹੁੰਦੇ ਆ ਨਾ। ਕਹਿੰਦੇ ਤੂੰ ਪਹਿਲਾਂ ਹੀ ਇਹ ਮਾੜਾ ਜਿਹਾ ਸਰੂਪ ਧਾਰ ਕੇ ਆਇਆ, ਐ ਕਿਉਂ ਆਇਆ? ਤਬ ਸ਼ਿਵ ਨੇ ਕਹਿ ਭਗਨ ਕਪਾਲਾ ਪੀ ਮਖ ਥਲ ਮੈਂ ਜੈ ਕੇ ਜਾਲਾ। ਔਰ ਉਸ ਨੇ ਜਿਸ ਵੇਲੇ ਉਹ ਕਪਾਲ ਭੰਨਿਆ ਜੋ ਉਹਦੇ ਹੱਥ ਵਿੱਚ ਸੀਗਾ, ਕਹਿੰਦੇ ਜਹ ਕਹਿ ਕਪਾਲੀਆਂ ਹੋ ਗਈਆਂ, ਭਾਵ ਅਨੇਕਾਂ ਹੀ ਟੋਟੇ ਹੋ ਗਏ। ਇੱਕ ਪ੍ਰਤਾਪ ਬ੍ਰਹਮਾ ਨੇ ਜਾਣਾ ਕਰੀ ਸੁਤੁਤ ਆਛੀ ਵਿਦਮਾਨਾ। ਫਿਰ ਬ੍ਰਹਮਾ ਡਰ ਗਿਆ ਉਹ ਤੋਂ ਵੀ, ਇਹ ਤਾਂ ਸ਼ਕਤੀਆਂ ਦਾ ਮਾਲਕ ਹੈ। ਇਤਿਆਦ ਕਹਿ ਬੜੋ ਪ੍ਰਸੰਗ ਗ੍ਰੰਥ ਵਧਣ ਤੇ ਉਰ ਡਰ ਸੰਗ। ਖੈਰ ਇਹਦੇ ਨਾਲ ਭਾਈ ਸੰਤੋਖ ਸਿੰਘ ਕਵੀ ਕਹਿੰਦੇ ਕਾਹਨੂੰ ਲੰਬਾ ਲੈ ਕੇ ਜਾਣਾ ਹੈਗਾ, ਬੜਾ ਵੱਡਾ ਗ੍ਰੰਥ ਹੋ ਜਾਊਗਾ। ਇਹ ਪੁਰਾਣੀ ਕਹਾਣੀ ਹੈ ਪੁਸ਼ਕਰ ਦੇ ਤੀਰਥ ਦੀ। ਨਹਿ ਬਰ ਨੋ ਸਰੋਤਾ ਸਭ ਜਾਨੋ ਕਥਾ ਗੁਰਨ ਕੀ ਸੁਨੋ ਸੁਜਾਨੋ। ਚਲੋ ਆਪਾਂ ਗੁਰੂਆਂ ਦੀ ਕਥਾ ਜਿਹੜੀ ਆ ਅੱਗੇ ਆਰੰਭ ਕਰਦੇ ਹਾਂ। ਰਹੀ ਕਿਤ ਕਸੋ ਚਿਤ ਦੇ ਬਰਨੋ ਬਾਚਤ ਪ੍ਰਾਪਤ ਪੂਰਨ ਕਰਨੋ। ਇਸ ਤਰ੍ਹਾਂ ਕਿਤਨੀ ਕਥਾ ਹਜੇ ਬਾਕੀ ਰਹਿੰਦੀ ਹੈ। ਗੁਰੂ ਕਿਰਪਾ ਕਰਕੇ ਤੁਸੀਂ ਸਰਵਣ ਕਰੋ ਤੇ ਮੈਂ ਸੁਣਾਉਂਦਾ ਹਾਂ। ਕਬ ਸੰਤੋਖ ਸਿੰਘ ਮਨ ਪ੍ਰੀਤ ਗੁਰ ਕੀ ਕਥਾ ਰਚੋ ਸ਼ੁਭ ਰੀਤ। ਭਾਈ ਸੰਤੋਖ ਸਿੰਘ ਬੜੇ ਸ਼ੌਂਕ ਦੇ ਨਾਲ ਗੁਰੂ ਪਿਆਰੋ, ਜਿੱਥੇ ਇਸਨੇ ਪਹਿਲਾਂ ਹੋਰ ਗ੍ਰੰਥ ਲਿਖੇ, ਇਹ ਘਰੋਂ ਤਾਂ ਬਹੁਤ ਗਰੀਬ ਸੀਗਾ, ਪਰ ਇਹਦੇ ਅੰਦਰ ਕਲਾ ਪਰਮੇਸ਼ਰ ਨੇ ਕਵਿਤਾ ਰਚਨ ਦੀ ਭਰੀ ਹੋਈ ਸੀਗੀ। ਔਰ ਰਾਜੇ ਨੇ ਇਸ ਦੇ ਕੋਲੋਂ ਵੇਦਾਂ ਦੇ ਗ੍ਰੰਥਾਂ ਦਾ ਉਲਥਾ ਕਰਵਾਇਆ ਸੀਗਾ, ਉਹਨਾਂ ਨੂੰ ਛੰਦਾਬੰਦੀ ਵਿੱਚ ਕਰਵਾਇਆ ਸੀਗਾ। ਉਸ ਵੇਲੇ ਨੂੰ ਖਿਆਲ ਆਇਆ ਵੀ ਕਿਉਂ ਨਾ ਮੈਂ ਗੁਰੂ ਸਾਹਿਬ ਦੀ ਕਥਾ ਜਿਹੜੀ ਉਹਨੂੰ ਵੀ ਛੰਦਾਬੰਦੀ ਵਿੱਚ ਕਰ ਦੇਵਾਂ। ਤੇ ਇਸ ਨੇ ਫਿਰ ਖਰਚਾ ਉਸ ਕੈਂਥਲ ਵਾਲੇ ਰਾਜੇ ਨੇ ਕੀਤਾ ਸੀਗਾ। ਇਹਨੇ ਸਾਰੇ ਗ੍ਰੰਥ ਛੰਦਾਬੰਦੀ ਕੀਤੇ ਤੇ ਛਪਾਏ ਉਸ ਨੇ ਸੀ। ਤੇ ਉਹ ਕੋਲੇ ਬਹੁਤ ਸਾਰੇ ਬ੍ਰਾਹਮਣ ਵੀ ਰਹਿੰਦੇ ਸਨ, ਕਿਉਂਕਿ ਰਾਜਾ ਧਰਮੀ ਸੀਗਾ ਤੇ ਉਸ ਨੇ ਵੇਦਾਂ ਦੇ ਉਲਥੇ ਕਰਵਾਏ ਸੀ ਉਹਨਾਂ ਕੋਲੋਂ। ਇਸ ਕਰਕੇ ਇਹਦੇ ਵਿੱਚ ਕੁਝ ਬ੍ਰਾਹਮਣਾਂ ਦੀਆਂ ਜਿਹੜੀਆਂ ਵਿਚਾਰਾਂ ਸੀ ਉਹ ਵੀ ਵਿੱਚ ਵਿੱਚ ਆ ਗਈਆਂ। ਚਲੋ ਖੈਰ, ਇਸ ਤਰ੍ਹਾਂ ਸੰਤੋਖ ਸਿੰਘ ਕਵੀ ਇਸ ਤੇ ਬੜੀ ਕਿਰਪਾ ਸੀ। ਕਹਿੰਦੇ ਚਲੋ ਆਪਾਂ ਗੁਰੂ ਦੀ ਗੱਲ ਕਰਦੇ ਹਾਂ। ਕਰਿਓ ਮਨੋਰਥ ਪੂਰਨ ਮੋਰਾ ਗੁਰੂ ਨੇ ਹੋਰ ਸਾਂਝ ਅਰ ਪੂਰਾ। ਔਰ ਗੁਰੂ ਸਾਹਿਬ ਨੇ ਮੇਰਾ ਮਨੋਰਥ ਪੂਰਾ ਕੀਤਾ ਹੈ। ਮੈਂ ਗੁਰੂ ਦੇ ਅਹਿਸਾਨ ਦਾ ਪੂਰਾ ਸਾਂਝ ਚਾਹੁੰਦਾ ਹਾਂ, ਭਾਵ ਮੈਂ ਗੁਰੂ ਦੇ ਇਸ ਅਹਿਸਾਨ ਨੂੰ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਲਗਭਗ ਕਥਾ ਸਮਾਪਤੀ ਦੇ ਨੇੜੇ ਪਹੁੰਚ ਰਹੀ ਹੈ। ਇਹ 14 ਭਾਗ ਹਨ। ਸੰਤੋਖ ਸਿੰਘ ਕਵੀ ਦੇ ਪਹਿਲਾਂ 4 ਭਾਗ ਸੀ, ਮੋਟੇ ਮੋਟੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਕਾਰ ਦੇ। ਫਿਰ ਉਹ 4 ਭਾਗ ਬਹੁਤੇ ਭਾਰੀ ਸੀ, ਫਿਰ ਅੱਗੇ ਚੱਲ ਕੇ ਉਸ ਦੇ ਛੋਟੇ ਭਾਗ ਕਰਤੇ, ਫਿਰ ਉਹਦੇ 17 ਭਾਗ ਕਰ ਦਿੱਤੇ। ਉਸ ਤੋਂ ਬਾਅਦ ਇਹ ਔਲਖ ਨੇ ਦੁਬਾਰੇ ਅਰਥ ਕਰਕੇ ਛਾਪੀ, ਅਰਥ ਲਿਖ ਕੇ ਛਾਪੀ, ਆਡੇ 14 ਭਾਗ ਲਿਖ ਦਿੱਤੇ। ਇਸ ਤਰ੍ਹਾਂ ਗੁਰੂ ਪਿਆਰੋ ਆਪਾਂ ਕਥਾ ਕਰਦੇ ਹੋਏ ਲਗਭਗ ਸਮਾਪਤੀ ਵੱਲ ਜਾ ਰਹੇ ਹਾਂ। ਤੇ ਕਹਿਣ ਲੱਗੇ ਆ ਗੁਰੂ ਨੇ ਬੜੀ ਕਿਰਪਾ ਕੀਤੀ ਆ, ਮੈਥੋਂ ਇਹ ਸੇਵਾ ਲੈ ਲਈ ਆ, ਬਹੁਤੀ ਹੋ ਗਈ, ਥੋੜੀ ਰਹਿ ਗਈ ਜੀ। ਇਸੀ ਰੀਤ ਨਿਤ ਪਰਤ ਗਮਨ ਕਰਤ ਗੁਰੂ ਮਹਾਰਾਜ। ਤਾਂ ਪੁਸ਼ਕਰ ਤੋਂ ਵੀ ਪ੍ਰੀਤਮ ਨੇ ਅੱਗੇ ਚਾਲੇ ਪਾਏ ਹਨ।
चलो चाल रोजाना। मारावाड़ के देश में पहुंच गरीब निवाज। ਮਾਰਵਾੜ ਕਹਿੰਦੇ ਆ ਰਾਜਸਥਾਨ ਨੂੰ ਸਤਿਗੁਰੂ ਚਲਦੇ ਚਲਦੇ ਬਾਗੜ ਦੇ ਇਲਾਕੇ ਵਿੱਚ ਪਹੁੰਚੇ ਹਨ। ਪਰੀ ਪੁਰ ਨਾਰਾਇਣਾ ਪਹੁੰਚੀ ਜਾਏ, ਜਾਹੇ ਦਾਦੂ ਦੁਆਰਾ ਕਹਿਲਾਏ। ਤਾਂ ਜਿਸ ਨੂੰ ਅਸੀਂ ਦਾਦੂ ਦੁਆਰਾ ਵੀ ਕਹਿੰਦੇ ਹਾਂ, ਇਹ ਨਰੈਣਪੁਰ ਦੇ ਵਿੱਚ ਹੈ, ਮਾਰਵਾੜ ਦੇ ਵਿੱਚ। ਸਤਿਗੁਰੂ ਪਾਤਸ਼ਾਹ ਜੀ ਉੱਥੇ ਪਹੁੰਚੇ ਹਨ। ਅਵਲੋਕਤ ਡੇਰਾ ਪ੍ਰਭ ਕਾਲਾ, ਸੁੰਦਰ ਜੈ ਕੈ ਥਾਨ ਵਿਸਾਲਾ। ਨਰੈਣਪੁਰ ਦਾਦੂ ਦੇ ਦੁਆਰੇ ਉਸ ਇਲਾਕੇ ਦੇ ਵਿੱਚ ਜਾ ਕੇ ਸਤਿਗੁਰਾਂ ਨੇ ਸੁੰਦਰ ਜਗ੍ਹਾ ਦੇਖ ਕੇ ਪੜਾਓ ਕੀਤਾ ਹੈ ਜੀ। ਉਤਰ ਤੁਰਗ ਤੇ ਤੇਰੇ ਗੋਸਾਈ, ਸਿੰਘ ਆਨ ਬੈਠੇ ਕਿਸ ਥਾਈ। ਸਤਿਗੁਰੂ ਘੋੜੇ ਤੋਂ ਉਤਰ ਕੇ ਇੱਕ ਥਾਂ ਤੇ ਬੈਠ ਗਏ ਹਨ। ਸਿੰਘਾਂ ਦਾ ਬਹੀਰ ਵੀ ਨੇੜੇ ਆਇਆ, ਸਭ ਘੋੜਿਆਂ ਤੋਂ ਉਤਰੇ ਤੇ ਪੜਾਓ ਕਰਨਾ ਕੀਤਾ ਹੈ। ਸਣੇ ਸਣੇ ਸਭ ਆਏ ਬਹੀਰ, ਉਤਰ ਪਰੇ ਹੋਈ ਬਹੁ ਭੀਰ। ਤੇ ਹੁਣ ਸਿੰਘ ਵੀ ਕਾਫੀ ਨਾਲ ਹਨ ਪਾਤਸ਼ਾਹ ਦੇ ਰਸਤੇ ਵਿੱਚੋਂ, ਹੋਰ ਵੀ ਗੁਰੂ ਪਿਆਰੇ ਨਾਲ ਰਲਦੇ ਜਾਂਦੇ ਆ। ਸਤਿਗੁਰਾਂ ਦੇ ਦਰਸ਼ਨਾਂ ਤੋਂ ਪ੍ਰਭਾਵਿਤ ਹੋਏ ਨਾਲ ਚੱਲ ਪੈਂਦੇ ਆ। ਬੜੀ ਭੀੜ ਹੋ ਗਈ ਆ। ਹਾਇ ਨ ਹਰੇਖਾ ਹੋਤ ਵਿਸਾਲਾ, ਗਾਡੇ ਵੇਖਣ ਸਬਦ ਉਠਾਲਾ। ਹਾਇ ਨ ਹਰੇਖਾ ਭਾਵ ਹੈ ਘੋੜਿਆਂ ਦਾ ਗੁਰੂ ਪਿਆਰਿਓ ਹਿਣਕਣਾ। ਹਾਇ ਨ ਹਰੇਖਾ, ਘੋੜੇ ਹਿਣਕਣ ਲੱਗੇ, ਘੋੜਿਆਂ ਦੇ ਹਿਣਕਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਬੜੀ ਭੀੜ ਹੋ ਗਈ ਹੈ, ਬੜੇ ਮਨੁੱਖ ਉਤਰੇ ਹਨ। ਗੁਰੂ ਸਾਹਿਬ ਵੀ ਉਤਰੇ ਆ, ਨਾਲ ਉਹਨਾਂ ਦਾ ਬਹੀਰ ਉਤਰਿਆ ਔਰ ਘੋੜਿਆਂ ਨੂੰ ਮੇਖਾਂ ਦੇ ਨਾਲ ਭਾਵ ਕਿੱਲੀਆਂ ਦੇ ਨਾਲ ਬੰਨ੍ਹਣਾ ਸ਼ੁਰੂ ਕੀਤਾ ਹੈ ਜੀ। ਤਕ ਬਿਲੋਕਤ ਦਾਦੂ ਦੁਆਰਾ, ਕੋਤਨ ਈਦਨ ਦੇਨ ਪਧਾਰਾ। ਇਸ ਤਰ੍ਹਾਂ ਕੋਈ ਦਾਦੂ ਦੇ ਦੁਆਰੇ ਨੂੰ ਵੇਖਣ ਚਲਿਆ ਗਿਆ ਤੇ ਕੋਈ ਘੋੜਿਆਂ ਵਾਸਤੇ ਘਾਹ ਆਦਿ ਇਕੱਠਾ ਕਰਨ ਲੱਗੇ ਜੀ। ਆਹ ਜੈਤ ਸਾਹਿਬ ਮਹੰਤ, ਸ਼ਾਂਤ ਰੂਪ ਸ਼ੁਭ ਅਜਮਤਵੰਤ। ਤੋ ਦਾਦੂ ਦੇ ਥਾਂ ਦੇ ਉੱਤੇ ਜਿਹੜਾ ਇਸ ਵੇਲੇ ਮਹੰਤ ਬੈਠਾ, ਉਹਦਾ ਨਾਮ ਜੈਤ ਰਾਮ। ਇਹ ਦਾਦੂ ਧੰਨ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਪਹਿਲਾਂ। ਬੜਾ ਪਿਆਰ ਕੀਤਾ ਦਾਦੂ ਨੇ। ਸਤਿਗੁਰੂ ਪਾਤਸ਼ਾਹ ਇਹਦੇ ਦੁਆਰੇ ਤੇ ਗਏ, ਭਾਵੇਂ ਦੇ ਡੇਰੇ ਵਿੱਚ ਗਏ। ਦਾਦੂ ਦਾ ਦੁਆਰਾ ਮਤਲਬ ਦਾਦੂ ਦਾ ਡੇਰਾ। ਤੇ ਅੱਜ ਇੱਥੇ ਬੈਠਾ ਜੈਤ ਰਾਮ। ਤੇ ਜੈਤ ਰਾਮ ਨੇ ਜਦੋਂ ਇਹ ਲੋਕਾਂ ਨੂੰ ਦੇਖਿਆ, ਸਾਧ ਸੈਂਕੜੇ ਦਾਦੂ ਮੰਗ ਕੇ, ਰਹੇ ਪਰਲੋਕ ਸਾਧਨੇ ਲੱਗ ਕੇ। ਔਰ ਇਸ ਦਾਦੂ ਦੇ ਰਸਤੇ ਤੇ ਭਾਵ ਦਾਦੂ ਦਾ ਪੰਥ, ਭਾਵ ਦਾਦੂ ਦਾ ਜਿਹੜਾ ਸਿਸਟਮ ਸੀਗਾ, ਜਿਵੇਂ ਸਾਡਾ ਖਾਲਸਾ ਪੰਥ ਹੈ, ਐਵੇਂ ਦਾਦੂ ਦਾ ਆਪਣਾ ਪੰਥ ਹੈ। ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ, ਕੋ ਨਾ ਦੇਖੀਏ ਪ੍ਰਾਨਪਤੀ ਕੇ। ਅਨੇਕਾਂ ਮਤਾਂ ਦੇ ਸਾਧ ਸੰਤ ਹਨ। ਦਾਦੂ ਦੀ ਮੱਤ ਤੇ ਚੱਲਣ ਵਾਲੇ ਬਹੁਤ ਸਾਰੇ ਲੋਕ ਪਰਲੋਕ ਸਾਧਨ ਵਾਸਤੇ ਲੱਗੇ ਹੋਏ ਹਨ। ਕਰਨ ਇਸ਼ਨਾਨ ਬ੍ਰਿਤੀ ਕੋ ਰੋਕਨਾ, ਏਕ ਰੂਪ ਸਭ ਲੋਕ ਬਿਲੋਕਨਾ। ਇਸ਼ਨਾਨ ਕਰਕੇ ਬਿਰਤੀ ਸਮਾਧੀਆਂ ਲਾ ਲਾ ਕੇ ਬੈਠਦੇ ਹਨ ਉਸ ਪਰਮੇਸ਼ਰ ਨੂੰ ਦੇਖਣ ਲਈ। ਆਛੇ ਮਾ ਧੀਰਜ ਸੰਤੋਖ, ਨਿਰਹੰਕਾਰ ਅਕਾਮ ਅਰੋਖ। ਔਰ ਇਹਨਾਂ ਦੇ ਅੰਦਰ ਦਇਆ, ਨਿਮਰਤਾ, ਧੀਰਜ, ਸਬਰ, ਸੰਤੋਖ, ਹੰਕਾਰ ਤੋਂ ਰਹਿਤ, ਕਾਮਨਾ ਤੋਂ ਰਹਿਤ, ਅਰੋਖ, ਗੁੱਸੇ ਤੋਂ ਰਹਿਤ। ਦਾਦੂ ਸੁੰਦਰ ਗਿਰਾ ਬਣਾਈ, ਬੈਠੇ ਪਠਤ ਕਿਤਕ ਮਨ ਲਾਈ। ਔਰ ਦਾਦੂ ਦੀ ਬਣਾਈ ਹੋਈ ਪੋਥੀ, ਜੋ ਦਾਦੂ ਦੀਆਂ ਕਿਤਾਬਾਂ ਹਨ ਲਿਖੀਆਂ ਹੋਈਆਂ, ਦਾਦੂ ਦੇ ਬਣਾਏ ਹੋਏ ਬਚਨ, ਇਹਨਾਂ ਦੇ ਸਾਧ ਬੈਠੇ ਜੈਤ ਰਾਮ ਦੇ ਅਗਵਾਈ ਦੇ ਵਿੱਚ ਉਹ ਡੇਰੇ ਵਿੱਚ ਪੜ੍ਹਦੇ ਸਨ। ਗੁਰਦਲ ਕੋ ਨਰ ਕੋ ਚਲ ਗਏ ਹੋ, ਤਿਸੇ ਮਹੰਤ ਬੂਝ ਤੋ ਪਿਓ। ਆ ਤਾਂ ਗੁਰੂ ਕੀਆਂ ਫੌਜਾਂ ਚੋਂ ਕੋਈ ਸਿੱਖ ਘੁੰਮਦਾ ਘੁੰਮਦਾ ਦਾਦੂ ਦੇ ਡੇਰੇ ਵੱਲ ਚਲਿਆ ਗਿਆ। ਮਹੰਤ ਜੈਤ ਰਾਮ ਨੇ ਉਹ ਸਿੱਖ ਨੂੰ ਪੁੱਛਿਆ, ਇਹ ਕੌਣ? ਉਤਰਿਓ ਕਿਤ ਤੇ ਚਲੇ ਆਇਓ, ਕਿਸ ਕਾਰਜ ਕੋ ਅਗਰ ਸਿਧਾਇਓ। ਭਾਈ ਇਹ ਕੌਣ ਉਤਰਿਆ ਇਸ ਇਲਾਕੇ ਵਿੱਚ? ਕਿੱਧਰ ਚੱਲਿਆ, ਕਿੱਥੋਂ ਆਇਆ, ਮੈਨੂੰ ਦੱਸਣਾ ਕਰੋ। ਸੁਣ ਸਗਰੋ ਸੋ ਪ੍ਰਸੰਗ ਉਚਾਰਾ, ਸਤਿਗੁਰੂ ਗੋਬਿੰਦ ਸਿੰਘ ਉਦਾਰਾ। ਤਾਂ ਉਹ ਸਿੱਖ ਨੇ ਦੱਸ ਦਿੱਤਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦੀ ਗੱਦੀ ਦੇ ਵਾਰਸ 10ਵੇਂ ਮਾਲਕ ਹਨ। ਗੁਰ ਆਨੰਦ ਜਿਨ ਕੀ ਰਜਤਾਨੀ, ਬਦਿਓ ਤੁਰਕ ਸੋ ਬੈਰ ਮਹਾਨੀ। ਜਿਨ੍ਹਾਂ ਦੀ ਰਾਜਧਾਨੀ ਹੈ ਆਨੰਦਪੁਰ ਸਾਹਿਬ, ਤੇ ਤੁਰਕਾਂ ਦੇ ਨਾਲ ਜਿਨ੍ਹਾਂ ਦਾ ਵੈਰ ਵੱਧ ਗਿਆ, ਕਿਉਂਕਿ ਪਾਤਸ਼ਾਹ ਜ਼ੁਲਮ ਨੂੰ ਖਤਮ ਕਰਨਾ ਚਾਹੁੰਦੇ ਆ, ਤੇ ਇਸ ਕਰਕੇ ਸੱਚ ਤੇ ਝੂਠ ਦੀ ਲੜਾਈ ਹੁੰਦੀ ਆਈ ਆ। ਪਰ ਅਖੀਰ ਕੂੜ ਨੇ ਖੁੱਟੇ ਨਾਨਕਾ ਓੜਕ,
ਸੱਚ ਰਹੀ। ਕਈ ਲੱਖ ਜੋਧਾ ਜਿਨ ਕਾਇਓ ਬਹੁ ਬਾਰੀ ਸੰਗਰਾਮ ਮਚਾਇਓ। ਇਹ ਸਤਿਗੁਰੂ ਗੋਬਿੰਦ ਸਿੰਘ ਜੀ ਹਨ ਜਿਨ੍ਹਾਂ ਨੇ ਕਈ ਵਾਰੀ ਜੰਗ ਕੀਤਾ ਤੇ ਮੁਗਲਾਂ ਦੀਆਂ ਫੌਜਾਂ ਦਾ ਖਾਤਮਾ ਕੀਤਾ ਹੈ। ਪ੍ਰਥਮ ਆਨੰਦਪੁਰੇ ਰਨ ਪਏ ਪੁਨ ਚਮਕੌਰ ਤੁਰਕ ਬੋਛੇ। ਪਹਿਲਾ ਸ਼੍ਰੀ ਅਨੰਦਪੁਰ ਸਾਹਿਬ ਜੰਗ ਹੋਇਆ, ਉਸ ਤੋਂ ਬਾਅਦ ਚਮਕੌਰ ਦੀ ਗੜੀ ਦਾ ਜੰਗ ਹੋਇਆ, ਹੋਰ ਵੀ ਬਹੁਤ ਜੰਗ ਹੋਏ। ਬਹੁਰੋ ਜੰਗ ਮੁਕਤ ਸਰਬੇ ਹੋ ਸੋ ਗੁਰ ਅਬ ਆਵਨ ਇਤ ਕਿਓ। ਇੱਕ ਜੰਗ ਇਹਨਾਂ ਨੇ ਸ੍ਰੀ ਮੁਕਤਸਰ ਸਾਹਿਬ ਦਾ ਵੀ ਕੀਤਾ ਹੈ ਭਾਈ, ਤੇ ਹੁਣ ਅਸੀਂ ਇਧਰ ਨੂੰ ਚੱਲੇ ਹਾਂ। ਸਾਹਿਬ ਜਾਦੇ ਰਨ ਮੇ ਦੋਏ ਬਾਲਕ ਦਵੈ ਤੁਰਕਨ ਕੈ ਸੋਏ। ਸਤਿਗੁਰਾਂ ਦੇ 4 ਪੁੱਤਰ ਸਨ, 2 ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਤੇ 2 ਦੁਸ਼ਮਣਾਂ ਦੇ ਘਰ ਵਿੱਚ ਭਾਵ ਵਜੀਦੇ ਨੇ ਸ਼ਹੀਦ ਕਰ ਦਿੱਤੇ। ਚਾਰੋ ਤਿਨ ਕੇ ਸਿਰ ਚਰੇ ਰਾਜ ਤੇਜ ਰਿਪ ਕੋ ਨਿਤ ਹਰੇ। ਔਰ ਇਹ 4 ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਜਿਹੜੀਆਂ ਹਨ ਦੁਸ਼ਮਣ ਦਾ ਪ੍ਰਤਾਪ ਖਤਮ ਕਰਨਗੀਆਂ। ਜਦੋਂ ਕਿਸੇ ਗੁਰੂ ਪਿਆਰੋ ਰਾਜੇ ਦੇ ਰਾਜ ਵਿੱਚ ਜਨਤਾ ਦੁਖੀ ਹੋ ਜਾਵੇ, ਜਦੋਂ ਕਿਸੇ ਰਾਜੇ ਦੇ ਰਾਜ ਵਿੱਚ ਪਹਿਲਾਂ ਰਾਜੇ ਹੁੰਦੇ ਸੀ, ਅੱਜ ਮੰਤਰੀ ਸੰਤਰੀ ਹੈ, ਸਿਸਟਮ ਉਹੀ ਰਹਿਣਾ। ਜਿਸ ਦੇ ਰਾਜ ਵਿੱਚ ਜਨਤਾ ਦੁਖੀ ਹੋ ਜਾਵੇ ਉਹਦਾ ਰਾਜ ਬਹੁਤਾ ਚਿਰ ਨਹੀਂ ਰਹਿੰਦਾ ਗਾ। ਤੇ ਜੇ ਜ਼ੁਲਮ ਹੋਣ ਲੱਗ ਜਾਵੇ ਬੱਚਿਆਂ ਤੇ, ਬਜ਼ੁਰਗਾਂ ਤੇ, ਇਸਤਰੀਆਂ ਤੇ, ਫਿਰ ਤਾਂ ਰਾਜ ਦੀਆਂ ਜੜ੍ਹਾਂ ਪੱਟੀਆਂ ਜਾਂਦੀਆਂ, ਬਹੁਤਾ ਚਿਰ ਨਹੀਂ ਬਸਦਾ। ਇਸੇ ਤਰ੍ਹਾਂ ਇਹ ਭਾਈ ਸਾਹਿਬ ਦੱਸ ਰਹੇ ਨੇ ਕਿ ਮੁਗਲਾਂ ਦੇ ਰਾਜ ਵਿੱਚ 4 ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਮਾਤਾ ਦੀ ਸ਼ਹੀਦੀ, ਪਿਤਾ ਦੀ ਸ਼ਹੀਦੀ ਔਰ ਅਨੰਨ ਪਿਆਰੇ ਅਨੇਕਾਂ ਸਿੰਘਾਂ ਦੀਆਂ ਸ਼ਹੀਦੀਆਂ ਇਹ ਮੁਗਲਾਂ ਦੇ ਪ੍ਰਤਾਪ ਨੂੰ ਖਤਮ ਕਰਨਗੀਆਂ। ਸੁਣੀ ਮਹੰਤ ਜੈਤ ਸਭ ਬਾਤ ਅਚਰਜ ਧਰਤ ਰਿਦੇ ਅਰਦਾਤ। ਜਿਸ ਵੇਲੇ ਜੈਤ ਰਾਮ ਨੇ ਸਾਰੀ ਕਹਾਣੀ ਸੁਣੀ ਤੇ ਮਨ ਵਿੱਚ ਇਹਦੇ ਅਚਰਜਤਾ, ਹੈਰਾਨੀ ਪੈਦਾ ਹੋਈ ਹੈ। ਕਹਾ ਤੁਰਕ ਪਤ ਸਭ ਚਿਤ ਮਾਲਕ ਮਹਾ ਸੁਪਟ ਤੈ ਸੋਰਨ ਕਾਲਕ। ਹੈਰਾਨ ਹੋਇਆ ਪੁੱਛਦਾ, ਅੱਛਾ ਦਿੱਲੀ ਦੇ ਰਾਜੇ ਨਾਲ ਵਿੱਢਿਆ ਜੰਗ ਇਹਨਾਂ ਨੇ? ਹਾਂ, ਕਮਾਲ ਹੋ ਗਈ ਯਾਰ, ਇੰਨਾ ਕਿੱਡਾ ਕੁ ਤਕੜਾ ਹੈ ਗੁਰੂ ਗੋਬਿੰਦ ਸਿੰਘ। ਇਹ ਤਾਂ ਬੜਾ ਤਕੜਾ ਜਿਹੜੇ ਜੰਗ ਦੇ ਮੈਦਾਨ ਵਿੱਚ ਸੂਰਬੀਰਾਂ ਦੇ ਨਾਲ ਯੁੱਧ ਕੀਤਾ ਤੇ ਇੰਨੇ ਲੱਖਾਂ ਦੀ ਗਿਣਤੀ ਵਿੱਚ ਮੁਗਲਾਂ ਦਾ ਖਾਤਮਾ ਕੀਤਾ। ਇਕੱਠੇ ਕਰੇ ਸਾਧ ਤਿਸ ਕਾਲਾ ਦਰਸ਼ਨ ਕਰਨ ਹੇਤ ਸੋ ਚਾਲਾ। ਤੇ ਜੈਤ ਰਾਮ ਹੈਰਾਨ ਹੋਇਆ ਵੀ ਇਹ ਤਾਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਲੱਗਦੇ ਆ। ਕਹਿੰਦੇ ਹਾਂ ਉਹੀ ਆ। ਅੱਛਾ ਚਲੋ ਵੀ ਸਾਧੋ ਦਰਸ਼ਨ ਕਰਾ ਕੇ ਲਿਆਵਾਂ ਤੁਹਾਨੂੰ। ਸਾਰੇ ਇਕੱਠੇ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਉਂਦੇ ਹਨ। ਜੈ ਪ੍ਰਭ ਤੇਰੇ ਦੀਵਾਨ ਲਗਾਏ ਚਿਤਵਤ ਮਹਿਮਾ ਕੋ ਤਹ ਆਏ। ਇਉਂ ਗੁਰੂ ਦੀ ਮਹਿਮਾ ਨੂੰ ਸੁਣਦੇ ਉਹ ਸਿੱਖ ਦੇ ਕੋਲੋਂ ਗੱਲਾਂ ਬਾਤਾਂ ਕਰਦੇ ਔਰ ਹੈਰਾਨ ਹੋ ਰਹੇ ਆ ਵੀ ਸੈਂਟਰ ਸਰਕਾਰ ਦੇ ਨਾਲ ਆਡਾ ਵਿੱਢਿਆ। ਗੁਰੂ ਸਾਹਿਬ ਤਾਂ ਬਹੁਤ ਮਹਾਨ ਹੈ, ਪਰ ਜਿਹਨੂੰ ਪਹਿਲੀ ਵਾਰ ਪਤਾ ਲੱਗਦਾ ਉਹ ਜ਼ਰੂਰ ਹੈਰਾਨ ਹੁੰਦਾ ਵੀ ਹੈ ਔਰੰਗਜ਼ੇਬ ਦੇ ਨਾਲ ਜੋ ਮੁਲਕ ਦਾ ਰਾਜਾ ਹੈ ਉਹਦੇ ਨਾਲ ਜੰਗਾਂ ਕੀਤੀਆਂ। ਹਾਂ, ਕਹਿੰਦੇ ਚਲੋ ਵੀ ਐਸੇ ਯੋਧੇ ਗੁਰੂ ਦੇ ਦਰਸ਼ਨ ਕਰਕੇ ਆਈਏ। ਨਿਕਟ ਹੋਏ ਕਰਤੇ ਕਰ ਨਮੋ ਸ੍ਰੀ ਗੁਰ ਪਿਖ ਮਹੰਤ ਤਹਿ ਸਮੋ। ਤਾਂ ਨਿਕਟ ਆ ਕਰਕੇ ਜੈਤ ਰਾਮ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਮਹੰਤਾ ਨੇ ਮੱਥਾ ਟੇਕਿਆ ਹੈ। ਹੁਣ ਸਤਿਗੁਰ ਨੇ ਵੇਖਿਆ ਵੀ ਇਹ ਮਹੰਤ ਹੈ। ਸਤਿਗੁਰੂ ਪਾਤਸ਼ਾਹ ਸਭ ਨੂੰ ਸਤਿਕਾਰ ਦਿੰਦੇ ਆ। ਇਹ ਸਾਧਾਂ ਦਾ ਮਹੰਤ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਪਿਆਰ ਸਹਿਤ ਸਾਦਰ ਨਿਕਟ ਬਿਠਾਵਨ ਕਰਿਓ ਬੈਠ ਦਰਸ ਕਰ ਆਨੰਦ ਭਰਿਓ। ਆ ਜਾ ਜੈਤ ਰਾਮ ਸਾਡੇ ਕੋਲੇ ਆ ਜਾ। ਬੜੇ ਪਿਆਰ ਦੇ ਨਾਲ ਸਤਿਗੁਰਾਂ ਨੇ ਕੋਲ ਬਿਠਾਇਆ ਤੇ ਆਨੰਦ ਦੇ ਵਿੱਚ ਚਲੇ ਗਏ ਦੋਨੇ। ਸਾਹਿਬ ਜਾਦਨ ਕੀ ਕਰ ਗਾਥਾ ਬੋਲਤ ਪਿਓ ਗੁਰੂ ਕੀ ਸਾਥਾ। ਜਿਹੜੀਆਂ ਗੱਲਾਂ ਇਹਨੇ ਉਹ ਸਿੱਖ ਦੇ ਕੋਲੋਂ ਸੁਣੀਆਂ ਸੀ ਵੀ ਇਸ ਤਰ੍ਹਾਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਜਾਂ 2 ਸਾਹਿਬਜ਼ਾਦੇ ਵਜੀਦੇ ਮੁਗਲਾਂ ਨੇ ਸ਼ਹੀਦ ਕਰ ਦਿੱਤੇ, ਉਹ ਗਾਥਾ ਆ ਕੇ ਚਲਾ ਲਈ। ਮਹਾਰਾਜ ਮੈਨੂੰ ਪਤਾ ਲੱਗਿਆ ਇਸੇ ਹੇਤ ਸ੍ਰੀ ਦਾਦੂ ਕਹਿਓ ਨਿਰਦਾਵੇ ਮੈਂ ਬਹੁ ਸੁਖ ਲਹਿਓ। ਮਹਾਰਾਜ ਕਾਹਨੂੰ ਜੰਗਾਂ ਜੁੰਗਾਂ ਕਰਨੀਆਂ ਸੀਗੀਆਂ, ਤਾਈਆਂ ਤਾਂ ਸਾਡਾ ਦਾਦੂ ਕਹਿੰਦਾ ਹੈ ਬਈ ਦਾਵਾ ਨਾ ਬੰਨੋ, ਦਾਦੂ ਦਾਵਾ ਦੂਰ ਕਰ ਰਾਮ ਦਿਹਾੜੇ ਦਿਨ ਕੱਟ। ਮਹਾਰਾਜ ਕੀ ਖੱਟਿਆ ਜੰਗਾਂ ਦੇ ਵਿੱਚੋਂ ਤੁਸੀਂ ਪਤਾ ਲੱਗਿਆ ਵੀ 4 ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ। ਦੋਹਰਾ ਦਾਦੂ ਦਾਵਾ ਦੂਰ ਕਰ ਬਿਨ ਦਾਵੇ ਦਿਨ ਕੱਟ। ਔਰ ਸਾਡਾ ਦਾਦੂ ਤਾਂ ਇਹ ਕਹਿੰਦਾ ਮਹਾਰਾਜ ਕਿ ਦਾਦੂ ਦਾਵਾ ਛੱਡ ਦੇ ਦੁਨੀਆ ਦੇ ਵਿੱਚੋਂ, ਰਾਮ ਦਿਹਾੜੇ
ਰਾਮ ਦੇ ਆਸਰੇ ਦਾਵਾ ਛੱਡ ਕੇ ਟਾਈਮ ਟਪਾਲਾ ਕੀ ਰੱਖਿਆ ਲੜਾਈਆਂ ਵਿੱਚ। ਕੀਤੀ ਸੌਦਾ ਕਰ ਗਈ ਇਤ ਪਸਾਰੀ ਦੇ ਹੱਟ। ਇਹ ਤਾਂ ਸੰਸਾਰ ਜਿਹੜਾ ਹੈ ਪਸਾਰੀ ਦੀ ਹੱਟ ਦੀ ਤਰ੍ਹਾਂ, ਇੱਥੋਂ ਕਈ ਆਏ ਤੇ ਕਈ ਗਏ, ਸੌਦਾ ਕਰਕੇ ਭਾਵ ਜੰਮੇ ਤੇ ਮਰ ਗਏ। ਇਹ ਸੰਸਾਰ ਪਸਾਰੀ ਦੀ ਹੱਟ ਦੀ ਤਰ੍ਹਾਂ, ਇੱਥੇ ਦੁਨੀਆ ਆਉਂਦੀ ਹੈ ਤੇ ਮਰਦੀ ਹੈ। ਛੱਡ ਖੈੜਾ ਲੜਾਈਆਂ 'ਚ ਕੀ ਰੱਖਿਆ। ਸਾਡੇ ਦਾਦੂ ਸਾਹਿਬ ਤਾਂ ਇਉਂ ਕਹਿੰਦੇ ਆ, ਭਾਈ ਦਾਵਾ ਕਰਨੇ ਮੈਂ ਦੁੱਖ ਕਣੇ ਉਠੀ ਉਪਾਦਨਾ ਜਾਹੀ ਕਣੇ। ਮਹਾਰਾਜ ਦਾਵਾ ਛੱਡੋ, ਕੀ ਰੱਖਿਆ ਆਪਾਂ, ਕਾਹਦੇ ਵਾਸਤੇ ਦਾਵਾ ਕਰਨਾ ਹੈ। ਦਾਵਾ ਬਣ ਕੇ ਤਾਂ ਫਿਰ ਲੜਾਈਆਂ ਹੁੰਦੀਆਂ ਤੇ ਲੜਾਈਆਂ ਵਿੱਚ ਬੜੇ ਦੁੱਖ ਹਨ। ਮੇਰੇ ਦਾਵੇ ਮੈਂ ਸਭ ਸੁਖ ਹੈ ਛਿਮਾ ਕਰਨ ਤੇ ਨਰ ਸੁਲ ਹੈ। ਇਸ ਕਰਕੇ ਦਾਵਾ ਛੱਡੋ, ਦੁਸ਼ਮਣ ਨੂੰ ਮਾਫ ਕਰਕੇ ਟੱਪ ਜੋ। ਵੈਸੇ ਮੇਰਾ ਸਤਿਗੁਰੂ ਬੜਾ ਦਿਆਲੂ ਹੈ, ਮਾਫ ਕਰਦਾ ਰਿਹਾ, ਕਾਫੀ ਸਮਾਂ ਮਾਫ ਕਰਦਾ ਰਿਹਾ। ਕਦੇ ਗੁਰੂ ਸਾਹਿਬ ਨੇ ਪਹਿਲਾਂ ਜਾ ਕਿਸੇ ਤੇ ਹਮਲਾ ਨਹੀਂ ਕੀਤਾ। ਹੁਣ ਜੇ ਕੋਈ ਚੜ੍ਹ ਕੇ ਆ ਜੇ ਹਮਲਾ ਕਰਨ, ਫਿਰ ਰੋਕਣ ਵਾਸਤੇ ਢਾਲ ਰੂਪੀ ਤਲਵਾਰ ਤਾਂ ਚੱਕਣੀ ਪਈ ਨਾ। ਕੋ ਸਤਨਾਮ ਕਹਿੰਦਾ ਮਹਾਰਾਜ ਦਾਵਾ ਛੱਡ ਕੇ ਜਿਹੜਾ ਹੈ ਨਿਰਦਾਵੇ ਵਿੱਚ ਰਹੀਏ ਔਰ ਦੁਸ਼ਮਣ ਨੂੰ ਵੀ ਮਾਫ ਕਰਦੇ ਰਹੋ। ਜਿਵੇਂ ਗੁਰੂ ਪਿਆਰਿਓ, ਪੁਰਾਣੇ ਸਮਿਆਂ ਦੇ ਵਿੱਚ ਇੱਕ ਧਰਮ ਹੋਇਆ ਮਹਾਤਮਾ ਬੁੱਧ ਦਾ। ਉਸ ਦੇ ਧਰਮ ਦੇ ਵਿੱਚ ਇਹ ਖਿਆਲ ਸੀਗਾ ਬਈ ਜੇ ਤੁਹਾਡੇ ਕੋਈ ਦੁਸ਼ਮਣ ਚਪੇੜ ਮਾਰਦਾ ਤੇ ਤੁਸੀਂ ਦੂਜਾ ਪਾਸਾ ਮੂਹਰੇ ਕਰਦੇ ਵੀ ਇੱਧਰ ਵੀ ਮਾਰ ਲਾ। ਤੇ ਫਿਰ ਉਹ ਧਰਮ ਕਿੰਨਾ ਚਿਰ ਰਹੇ ਆ। ਉਹ ਧਰਮ ਇਹਨਾਂ ਲੋਕਾਂ ਨੇ, ਦੁਸ਼ਟਾਂ ਨੇ ਉਹਦਾ ਖਤਮ ਕਰ ਦਿੱਤਾ। ਬੰਦਾ ਵਧੀਆ ਸੀਗਾ ਪਰ ਸੀਲਤਾ ਨਿਮਰਤਾ ਕਰਕੇ ਖਤਮ ਹੋ ਗਿਆ। ਸੁਣ ਸਤ ਗੁਰ ਤਬ ਤਿਸੇ ਸੁਨਾਇਓ ਸੰਤਨ ਕੀ ਮਤ ਇਮ ਬਨ ਆਇਓ। ਠੀਕ ਹੈ ਜੈਤਰਾਮ, ਸਾਧੂਆਂ ਸੰਤਾਂ ਨੂੰ ਤਾਂ ਇਦਾਂ ਹੀ ਚਾਹੀਦਾ। ਜਿਨੋ ਧਰਮ ਕੀ ਰੱਖਿਆ ਕਰਨੀ ਸੁਣ ਤਿਨ ਕੀ ਗਤ ਜਿਮ ਹੈ ਬਰਨੀ। ਪਰ ਧਰਮ ਨੂੰ ਕਾਇਮ ਕਰਨ ਵਾਲੇ ਯੋਧਿਆਂ ਦੀ ਗੱਲ ਕੁਝ ਹੋਰ ਆ। ਦਾਦੂ ਦਾਵਾ ਬੰਦ ਕੇ ਸਭ ਕੋ ਲੀਏ ਲੁੱਟ। ਸਾਡਾ ਤਾਂ ਇਹ ਖਿਆਲ ਹੈ ਦਾਦੂ ਦਾਵਾ ਬੰਨ ਕੇ ਦੁਸ਼ਮਣ ਲਈਏ ਲੁੱਟ। ਏਕੋ ਰਹਿਸੀ ਖਾਲਸਾ ਹੋਰ ਸਭ ਮਰਸੀ ਹੁੱਟ। ਖਾਲਸਾ ਹਮੇਸ਼ਾ ਰਹੇਗਾ, ਬਾਕੀ ਸਾਰੇ ਦਾਅਵੇ ਕਰਨ ਵਾਲੇ ਮਰ ਜਾਣਗੇ, ਖਤਮ ਹੋ ਜਾਣਗੇ। ਚੌਪਈ ਧਰਮ ਵਿਦਾਰਿਓ ਹਿੰਦੂ ਤੁਰਕਾ ਨਿਸ਼ਚਾ ਕਰਿਓ ਦੂਰ ਸਭ ਉਰਕਾ। ਹਿੰਦੂਆਂ ਤੁਰਕਾਂ ਦਾ ਧਰਮ ਵਿਗੜਿਆ ਹੋਇਆ ਹੈ। ਹਿਰਦੇ ਦਾ ਸਾਰਾ ਨਿਸ਼ਚਾ ਹੀ ਇਹਨਾਂ ਨੇ ਦੂਰ ਕੀਤਾ ਹੋਇਆ ਹੈ। ਕਹਿ ਕੇ ਸ਼ਸਤਰ ਦੀਜੀਏ ਦੰਡ ਰਹੇ ਧਰਮ ਤਬ ਦੁਸ਼ਟਨ ਖੰਡ। ਤੇ ਦੁਸ਼ਮਣ ਜਿਹੜਾ ਹੈ ਨਾ ਤਾਂ ਹਿੰਦੂਆਂ ਨੂੰ ਛੱਡਦਾ ਨਾ ਮੁਸਲਮਾਨਾਂ ਨੂੰ ਛੱਡਦਾ। ਪਾਤਸ਼ਾਹ ਕਿਸੇ ਦੇ ਖਿਲਾਫ ਨਹੀਂ, ਪਰ ਜਦੋਂ ਕੋਈ ਨਿਮਾਣੇ ਨਿਤਾਣੇ ਤੇ ਹਮਲਾ ਕਰਦਾ ਫਿਰ ਖਾਲਸਾ ਉਸ ਪਾਸੇ ਖੜਦਾ ਹੈ, ਨਿਮਾਣੇ ਨਿਤਾਣੇ ਵੱਲ। ਨੀਚਾ ਅੰਦਰ ਨੀਚ ਜਾਤ ਨੀਚੀ ਹੁਆਤ ਨੀਚ ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ੀਸ਼। ਇਸ ਕਰਕੇ ਪਾਤਸ਼ਾਹ ਕਹਿੰਦੇ ਨਹੀਂ ਜੈਤਰਾਮ ਹੁਣ ਟਾਈਮ ਚੱਲਣਾ ਨਹੀਂ ਹੈ। ਹੁਣ ਤਾਂ ਦਾਵਾ ਬੰਨ ਕੇ ਸ਼ਸਤਰ ਲੈ ਕੇ ਇਹੋ ਜਿਹੇ ਦੁਸ਼ਟਾਂ ਦਾ ਨਾਸ਼ ਕਰਨਾ ਚਾਹੀਦਾ, ਖੰਡੇ ਦੇ ਨਾਲ ਸਜ਼ਾ ਦੇਣੀ ਚਾਹੀਏ। ਜੈਤ ਕਹੇ ਹਮਰੋ ਗੁਰ ਭਾਖਾ ਚਿਮਾ ਬਿਕੇ ਸਗਰੋ ਗੁਣ ਰਾਖਾ। ਤਾਂ ਜੈਤ ਰਾਮ ਕਹਿਣ ਲੱਗਿਆ ਮਹਾਰਾਜ ਸਾਡਾ ਤਾਂ ਗੁਰੂ ਇਹ ਕਹਿੰਦਾ ਸੀਗਾ ਕਿ ਨਿਮਰਤਾ ਵਿੱਚ ਬੜੇ ਗੁਣ ਹੈ। ਜਿਮ ਕਰਨੀ ਸੋ ਰਾਹ ਬਤਾਇਓ ਪੁਨ ਦੋਹਾ ਕਹਿ ਔਰ ਸੁਨਾਇਓ। ਉਹਨਾਂ ਨੇ ਤਾਂ ਇਉਂ ਕਿਹਾ ਮਹਾਰਾਜ ਦੋਹਿਰਾ ਦਾਦੂ ਸਮਾਂ ਵਿਚਾਰ ਕੇ ਕਰ ਕਾ ਲੀਜੇ ਪਾਏ। ਭਾਈ ਸਮਾਂ ਵਿਚਾਰ ਲਓ, ਆਪਣੀ ਜਾਨ ਬਚਾਓ। ਸਾਡਾ ਦਾਦੂ ਤਾਂ ਇਹ ਕਹਿੰਦਾ ਸਮਾਂ ਵਿਚਾਰ ਲੈਣਾ ਚਾਹੀਦਾ। ਸਮਾਂ ਵਿਚਾਰ ਕੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਜੇ ਕੋ ਮਾਰੇ ਢੀਮਿਟ ਲੀਜੇ ਸੀਸ ਚੜਾਏ। ਜੇ ਤੁਹਾਡੇ ਕੋਈ ਇੱਟ ਮਾਰਦਾ ਡਲਾ ਮਾਰਦਾ ਭਾਈ ਚੁੱਪ ਕਰਕੇ ਝੱਲ ਲਓ। ਸਾਡਾ ਦਾਦੂ ਤਾਂ ਐਂ ਕਹਿੰਦਾ ਸੀ। ਭਾਈ ਸੁਣ ਗੁਰ ਕਹਿਓ ਤੁਮ ਇਮ ਕਰਨੀ ਪੰਥ ਨਿਰਵਰਤ ਤਿਨੋ ਕੋ ਬਰਨੀ। ਸਾਡਾ ਬਾਪੂ ਕਹਿੰਦਾ ਐ ਨਹੀਂ ਚੱਲਣੀ ਗੱਲ। ਹੁਣ ਸਾਡਾ ਜਿਹੜਾ ਪੰਥ ਸਾਜਿਆ ਇਹਨੇ ਇਉਂ ਕਰਨਾ। ਜਿਨੋ ਕੋ ਕਰਮ ਹਟਾਵਨ ਕਰਨੋ ਤਿਨ ਕੋ ਅਪਰ ਵਿਧੀ ਸੋ ਬਰਨੋ। ਔਰ ਜੇ ਕੋ ਕਰਮ ਖਤਮ ਕਰਨੇ ਆ, ਜੇ ਜ਼ੁਲਮ ਨੂੰ ਖਤਮ ਕਰਨਾ ਤੇ ਫਿਰ ਐ ਚੁੱਪ ਕਰਕੇ ਨਹੀਂ ਸਰਨਾ ਵੀ ਡਲਾ ਮਾਰ ਕੇ ਭੱਜ ਗਿਆ ਤੇ ਚੱਲ ਭੱਜ ਜਾਂਦੇ ਪੱਟੀ ਬਣ ਲਓ। ਐ ਨਹੀਂ ਸਰਨਾ ਹੁਣ ਦੋਹਰਾ। ਦਾਦੂ ਸਮਾਂ ਵਿਚਾਰ ਕੇ ਕਰ ਕਾ ਲੀਜੇ ਪਾਏ। ਉਹ ਦਾਦੋ ਸਮਾਂ ਵਿਚਾਰ ਕੇ ਇਹ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਕੋ ਮਾਰੇ ਇੱਟ ਢੀਮਾ ਪਾਥਰ ਹਨੇ ਰਿਸਾਏ। ਜੇ ਕੋਈ ਇੱਟ ਡਲਾ ਮਾਰਦਾ ਉਹਦੇ ਪੱਥਰ ਮਾਰੋ, ਐਵੇਂ ਨਹੀਂ ਗੱਲ ਬਣਨੀ।
ਸੁਣ ਕਰ ਸਿੰਘ ਸਭਾ ਗੁਣ ਸਾਧੂ ਨੈ ਸਹੀਏ ਦੁਸ਼ਟਨ ਅਪਰਾਧੂ। ਸਭਾ ਵਿੱਚ ਸਾਰੇ ਸਿੰਘਾਂ ਤੇ ਸਾਧੂਆਂ ਨੇ ਸੁਣਿਆ ਤੇ ਨਾਲ ਕੀ ਬਈ ਦੁਸ਼ਮਣ ਦਾ ਜ਼ੁਲਮ ਦਾ ਕਦੇ ਵੀ ਸਾਥ ਨਹੀਂ ਦੇਣਾ, ਟੱਕਰਾ ਕਰਨਾ ਚਾਹੀਏ। ਆਸੇ ਸਕਲ ਹੀ ਮੌਤ ਚੜਾਏ ਬਾਹੋ ਬਾਹੋ ਪਚ ਕਹੇ ਸੁਨਾਏ। ਧੰਨੋ ਧੰਨੋ ਮਹਾਰਾਜ, ਗੱਲ ਸੋਡੀ ਸਹੀ ਹੈ। ਐਵੇਂ ਕਿੱਥੇ ਖੜਦਾ ਹੈ? ਮੂਰਖ ਗੰਢ ਪਏ ਮੋਹ ਮਾਰ। ਮੂਰਖ ਉਦੋਂ ਹੀ ਦੋਸਤੀ ਕਰਦਾ ਜਦੋਂ ਉਹਦੇ ਚਾਰ ਪੈ ਜਾਣ, ਨਹੀਂ ਤਾਂ ਐਵੇਂ ਤੰਗ ਕਰੀ ਜਾਂਦਾ। ਕਹੋ ਸਤਨਾਮ, ਬਾਣੀ ਦਾ ਬਚਨ ਹੈ ਨਾ। ਮੂਰਖ ਗੰਢ ਪਵੇ ਮੋਹ ਮਾਰ, ਪੁੱਤੀ ਗੰਢ ਪਵੇ ਸੰਸਾਰ। ਰਾਜਾ ਮੰਗਿਆ ਦਿੱਤੇ ਗੰਢ ਪਾਏ। ਮੰਤਰੀਆਂ ਨਾਲ ਰਾਜਿਆਂ ਨਾਲ ਸਾਡੀ ਤਾਂ ਦੋਸਤੀ ਬਣੂ ਜੇ ਕੋਈ ਗਰਾਂਟਾਂ ਦੇਣ ਪਿੰਡ ਨੂੰ, ਜੇ ਗਰੀਬਾਂ ਨੂੰ ਕੁਛ ਦੇਣ ਤਾਂ ਫਿਰ ਅਸੀਂ ਉਹਨਾਂ ਦੁਆਰੇ ਵੋਟਾਂ ਪਾ ਸਕਦੇ ਹਾਂ। ਕਹੋ ਸਤਨਾਮ। ਤੇ ਇਸੇ ਕਰਕੇ ਮੂਰਖ ਜਿਹੜਾ ਉਹ ਤਾਂ ਦੋ ਜੁੱਤੀਆਂ ਖਾ ਕੇ ਮੰਨੇਗਾ। ਤੇ ਗੁਰੂ ਸਾਹਿਬ ਦੀਆਂ ਗੱਲਾਂ ਵਿਚਾਰਾਂ ਸੁਣ ਕੇ ਸਾਰੇ ਖੁਸ਼ ਹੋਏ। ਗੱਲ ਵੀ ਸਹੀ ਆ। ਅਗਲੀਆਂ ਵਿਚਾਰਾਂ ਕੱਲ੍ਹ ਨੂੰ ਸਰਵਣ ਕਰਾਂਗੇ। ਰਾਗੀ ਜਥਾ ਪਹੁੰਚ ਚੁੱਕੇ ਇਹਨਾਂ ਕੋਲੋਂ ਕੀਰਤਨ ਸਰਵਣ ਕਰਾਂਗੇ। ਦਾਸਾਂ ਤੋਂ ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास। हे पूरन हे सर्व मैं पंचन गुणतास। हे संगी हे निरंकार हे निर्गुण सब टेक। हे गोविंद हे गुण निधान राखे सदा विवेक। हे अपरंपर हर हरे हो बनहार। हे संत कै सदा संग तारा आधार। हे ठाकुर हौं दासरो निर्गुण गुण नहीं कोई। नानक दीजै नाम दान परोए। आए प्रभ शरणागति निध दयाल। एक अखर हर मन बसत होत निहाल। एक ओंकार सतगुरु प्रसाद सच हुए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह।